ਅੱਛਾ, ਇਹ ਅੰਦਰੋਂ ਅੰਦਰ ਹੀ ਇਸ ਵੇਲੇ ਪਿਸ ਰਹੇ ਨੇ ਲੋਕ, ਡੈਫੀਨੇਟਲੀ ਬਾਹਰ ਆਵਾਜ਼ ਨਹੀਂ ਆ ਰਹੀ, ਬਾਹਰ ਬੜੀ ਚੁੱਪ ਚਾਂ ਹੈ ਨਾ, ਕੋਈ ਸੁਣ ਨਹੀਂ ਰਹੀ। ਜਦੋਂ ਰਿਅਲਟਰ ਰੌਲਾ ਪਾਉਂਦੇ ਸੀ ਉਦੋਂ ਤਾਂ ਪਤਾ ਲੱਗਦਾ ਸੀ ਮਾਰਕੀਟ ਉੱਤੇ ਨੂੰ ਚੜ੍ਹ ਗਈ ਹੈ। ਹਾਂਜੀ, ਤੇ ਹੁਣ ਕਿਸੇ ਦੀ ਕੋਈ ਖਬਰ ਵੀ ਨਹੀਂ ਨਿਕਲ ਰਹੀ ਬਾਹਰ, ਅੰਦਰੋਂ ਅੰਦਰ ਹੀ ਸੜ ਰਹੇ ਸਭ। ਸੋ ਇਹ ਨਹੀਂ ਹੈਗਾ ਵੀ ਜੇ ਗਲੀ ਦੇ ਵਿੱਚ ਆਪਾਂ ਕਹਿੰਦੇ ਹਾਂ ਜੀ ਹਾਂਜੀ ਘਰ ਇੰਨੇ ਦਾ ਵਿਕਿਆ ਤਾਂ ਪਾ ਦਿਓ, ਚੱਕ ਦਿਓ, ਆਪਾਂ ਲੈ ਲਾਂਗੇ, ਅਪਰੇਜ਼ਲ ਆ ਜਾਣੀ ਹੈ। ਨੋ, ਇਟਸ ਔਨ ਮਾਰਕੀਟ ਡਾਊਨਫਾਲ ਨਾਓ। ਜਿਹੜਾ ਆ ਗਿਆ ਕੈਸ਼ ਲੈ ਗਿਆ, ਸਾਡੇ ਕੋਲ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਜਿਹਨੇ ਇੱਕ ਵਾਰੀ ਵੀ ਕਹਿਤਾ ਲਖਵੀਰ ਮੈਂ ਕੱਲ੍ਹ ਸੋਚ ਕੇ ਦੱਸੂਗਾ, ਹੀ ਇਜ਼ ਡਨ। ਪਹਿਲਾਂ 1.7 ਦੀ ਪ੍ਰੋਪਰਟੀ ਲਾਈ ਸੀ, ਵਿਕੀ ਨਹੀਂ ਉਹਨਾਂ ਦੀ ਪ੍ਰੋਪਰਟੀ, ਮਿਲੀਅਨ 'ਤੇ ਲਾਤੀ। ਚਲੋ ਮੈਂ ਨਹੀਂ ਕਹਿੰਦੀ ਉਹ ਉਹਨਾਂ ਦਾ ਮਾਰਕੀਟਿੰਗ ਕਰਨ ਦਾ ਤਰੀਕਾ ਹੈ, ਆਮ ਨੋਟ ਸੇਇੰਗ ਦੈਟ ਕਿ ਦੇ ਆਰ ਰੋਂਗ। ਮਿਲੀਅਨ ਦੀ ਲਾਤੀ ਭਾਜੀ, 33 ਆਫਰਸ ਉਹਤੇ ਰਜਿਸਟਰ ਸੀ ਤੇ ਉਹ ਪ੍ਰੋਪਰਟੀ 1.5 ਦੀ ਵਿਕ ਗਈ। ਰੀਅਲ ਸਟੇਟ ਮਾਰਕੀਟ ਦੇ ਪੁਰਾਣੇ ਲੋਕਾਂ ਨਾਲ ਬੁਲਾ ਕੇ ਕਈਆਂ ਨਾਲ ਗੱਲ ਕੀਤੀ ਜੀ, ਉਹ ਕਹਿੰਦੇ ਸੀ ਇਦਾਂ ਦਾ ਜਿਹੜਾ ਪਾਗਲਪਨ ਹੈ ਅਸੀਂ ਪਹਿਲਾਂ ਵੀ ਦੇਖਿਆ, ਬੜੀ ਵਾਰ ਹੋ ਚੁੱਕਿਆ, ਇਹਦਾ ਅੰਤ ਬੜਾ ਮਾੜਾ ਹੁੰਦਾ। ਉਦੋਂ ਕੋਈ ਗੱਲ ਸੁਣਦਾ ਨਹੀਂ ਸੀ। ਕਹਿੰਦੇ ਨਾ ਹੱਥ ਦੇ ਵਿੱਚ ਆਈਸਕ੍ਰੀਮ ਆਪਾਂ ਰੱਖੀ, ਆਪਾਂ ਰੇਟ ਦੀ ਸ਼ਾਪਿੰਗ ਅਰਾਊਂਡ ਕਰੀ ਜਾ ਰਹੇ ਹਾਂ, ਉਹ ਮੈਲਟ ਹੋ ਗਈ, ਦੈਨ ਯੂ ਹੈਵ ਨਥਿੰਗ ਇਨ ਯੂਰ ਹੈਂਡ। ਕਿ ਇੱਥੇ ਦੇਅਰ ਇਜ਼ ਨੋ ਸੱਚ ਕਾਈਂਡ ਆਫ ਥਿੰਗ, ਇਟਸ ਚਮਤਕਾਰ। ਉਹ ਨਹੀਂ ਹੋਣਾ ਜੀ, ਉਹੀ ਹੋਣਾ ਜੋ ਮਾਰਕੀਟ ਦੇ ਵਿੱਚ ਹੈਗਾ ਆ, ਉਹੀ ਮਿਲਣਾ ਜੋ ਮਾਰਕੀਟ 'ਚ ਹੈਗਾ ਆ। ਕਰੋਨਾ ਵਾਇਰਸ ਵਾਲਾ ਇੰਟਰਸਟ ਰੇਟ ਨਹੀਂ ਆਉਣਾ ਮੁੜ ਕੇ। ਹਾਂ, ਅਨਲੈਸ ਵਰਖੀ ਆ ਵੀ ਕਰੋਨਾ ਵਾਇਰਸ ਦਾ ਭਰਾ ਜਾਂ ਭੈਣ ਆ ਜਾਵੇ ਦੁਬਾਰਾ 'ਚ, ਫੇਰ ਸ਼ਾਇਦ ਆ ਜਾਵੇ। ਸਾਡੇ ਨਾਲ ਮੌਰਗੇਜ ਸਪੈਸ਼ਲਿਸਟ ਲਖਵੀਰ ਜੀ ਨੇ ਤੇ ਤਜਿੰਦਰ ਲਾਲ ਨੇ, ਇਹ ਰੀਅਲ ਸਟੇਟ ਦੇ ਖੇਤਰ 'ਚ ਨੇ, ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਲਖਵੀਰ ਜੀ, ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ। ਸਤਿ ਸ਼੍ਰੀ ਅਕਾਲ ਸਮੀਰ ਜੀ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ, ਮੈਂ ਤਜਿੰਦਰ ਬੋਲ ਰਿਹਾ। ਤੇ ਕੀ ਇਸ ਵੇਲੇ ਹੁਣ ਹੋ ਕੀ ਰਿਹਾ ਮਾਰਕੀਟ 'ਚ? ਇਸ ਵੇਲੇ ਕਈ ਦਿਨ ਹੋ ਗਏ, ਹੁਣ ਖਬਰ ਨਹੀਂ ਮਿਲੀ ਕੋਈ। ਮਾਰਕੀਟ ਭਾਜੀ ਇਸ ਟਾਈਮ ਇਟਸ ਵੈਰੀ ਵੈਰੀ ਮੈਸੀ ਐਂਡ ਵੈਰੀ ਵੈਰੀ ਅਨਸਟੇਬਲ। ਜੇ ਮੈਂ ਉਹ ਲੌਂਗ ਸਟੋਰੀ ਸ਼ਾਰਟ ਗੱਲ ਕਹਾਂ ਜੀ, ਚ ਸਾਰੇ ਲਿਸਨਰ ਨੂੰ ਵੀ ਸਮਝ ਆ ਜਾਊਗੀ। ਜਿਹੜਾ ਬੰਦਾ ਏ 'ਚ ਕੁਆਲੀਫਾਈ ਕਰਦਾ ਸੀ ਜੀ, ਉਹ ਬੀ 'ਚ ਸ਼ਿਫਟ ਹੋ ਗਿਆ। ਜਿਹੜਾ ਬੀ ਲੈਂਡਿੰਗ 'ਤੇ ਕਰਦਾ ਸੀ ਉਹ ਸੀ 'ਚ ਸ਼ਿਫਟ ਹੋ ਗਿਆ, ਅਤੇ ਜਿਹੜਾ ਸੀ ਲੈਂਡਿੰਗ 'ਤੇ ਕਰਦਾ ਸੀ ਜੀ ਉਹ ਪਿਓਰ ਪ੍ਰਾਈਵੇਟ 'ਤੇ ਆ ਚੁੱਕਿਆ ਆ। ਅੱਛਾ। ਸੋ ਇਟਸ ਵੈਰੀ ਅਨਸਟੇਬਲ, ਕਿਉਂਕਿ ਜਦੋਂ ਕੋਈ ਕਲਾਇੰਟ ਆਉਂਦਾ ਹੈ ਆਪਣੇ ਕੋਲ ਅਤੇ ਉਹਨਾਂ ਨੂੰ ਆਲਵੇਜ਼ ਇਹੀ ਹੁੰਦਾ ਪਹਿਲਾ ਕੁਐਸਚਨ ਜੀ ਏ ਲੈਂਡਰ 'ਤੇ ਕਰਾ ਦਿਓ। ਅਤੇ ਪਰ ਇਨ ਦੀਜ਼ ਡੇਜ਼ ਜੀ ਏ ਲੈਂਡਰ, ਈਵਨ ਏ ਲੈਂਡਰ ਵੀ ਛੱਡੋ ਜੀ, ਇਨ ਦੀਜ਼ ਡੇਜ਼ ਈਵਨ ਪ੍ਰਾਈਵੇਟ ਦੇ ਆਰ ਵੈਰੀ ਸਟ੍ਰਿਕਟ ਐਜ਼ ਵੈਲ। ਬਿਫੋਰ ਪ੍ਰਾਈਵੇਟ 'ਚ ਜਦੋਂ ਫਾਈਲ ਲਾਈ ਦੀ ਸੀ ਜੀ, ਉਹ ਕੋਈ ਵੀ ਇੱਦਾਂ ਦੀ ਬੈਂਕ ਸਟੇਟਮੈਂਟ ਜਾਂ ਇੱਦਾਂ ਦਾ ਕੋਈ ਇਨਕਮ ਦਾ ਪ੍ਰੂਫ ਨਹੀਂ ਮੰਗਦੇ ਸੀ, ਬਟ ਨਾਓ ਦੇ ਡੂ ਨੀਡ ਐਜ਼ ਵੈਲ। ਦੇ ਸੈਡ ਕਿ ਸਾਨੂੰ ਪਹਿਲਾਂ ਦੱਸੋ ਕਿ ਕਲਾਇੰਟ ਕਿੱਥੇ ਸਟੈਂਡ ਕਰਦਾ ਆ, ਦੈਨ ਵੀ ਵਿਲ ਸੀ। ਅੱਛਾ, ਇਹ ਅੰਦਰੋਂ ਅੰਦਰ ਹੀ ਇਸ ਵੇਲੇ ਪਿਸ ਰਹੇ ਨੇ ਲੋਕ, ਡੈਫੀਨੇਟਲੀ ਬਾਹਰ ਆਵਾਜ਼ ਨਹੀਂ ਆ ਰਹੀ, ਬਾਹਰ ਬੜੀ ਚੁੱਪ ਚਾਂ ਹੈ ਨਾ, ਕੋਈ ਸੁਣ ਨਹੀਂ ਰਹੀ। ਜਦੋਂ ਰਿਅਲਟਰ ਰੌਲਾ ਪਾਉਂਦੇ ਸੀ ਉਦੋਂ ਤਾਂ ਪਤਾ ਲੱਗਦਾ ਸੀ ਮਾਰਕੀਟ ਉੱਤੇ ਨੂੰ ਚੜ੍ਹ ਗਈ ਹੈ। ਹਾਂਜੀ, ਤੇ ਹੁਣ ਕਿਸੇ ਦੀ ਕੋਈ ਖਬਰ ਵੀ ਨਹੀਂ ਨਿਕਲ ਰਹੀ ਬਾਹਰ, ਅੰਦਰੋਂ ਅੰਦਰ ਹੀ ਸੜ ਰਹੇ ਸਭ। ਗੱਲ ਇਹ ਨਾ ਭਾਜੀ, ਖਬਰ ਤਾਂ ਨਿਕਲੂਗੀ ਨਾ ਜੇ ਖਬਰ ਜੋਗੇ ਨਿਕਲ ਜੋਗੇ ਕਲਾਇੰਟ ਨੂੰ ਛੱਡਿਆ ਗਿਆ ਹੋਊਗਾ, ਰਾਈਟ। ਉਹ ਕਲਾਇੰਟ ਇਹ ਸ਼ੌਕ 'ਚ ਹੁੰਦਾ ਆ। ਅਤੇ ਹੁਣ ਰੀਸੈਂਟ ਹੈ ਜੀ, ਇੱਕ ਮੈਂ ਐਗਜ਼ਾਮਪਲ, ਕਿਉਂਕਿ ਮੈਂ ਆਲਵੇਜ਼ ਐਗਜ਼ਾਮਪਲ ਦਿੰਦੀ ਹਾਂ ਜੋ ਐਕਚੁਅਲ ਮਾਰਕੀਟ 'ਚ ਹੋਇਆ ਆ, ਠੀਕ ਹੈ ਜੀ। ਹੁਣ ਕਲਾਇੰਟ ਆਇਆ ਜੀ, ਉਹਨੂੰ ਆਪਾਂ ਨੇ ਕਹਿ ਤਾ ਵੀ ਭਾਈ ਏ ਦੇ ਵਿੱਚ ਨਹੀਂ ਹੋਣੀ, ਯੂ ਗੋਨਾ ਕੁਆਲੀਫਾਈ ਵਿਦ ਦ ਬੀ, ਠੀਕ ਹੈ ਜੀ। ਬੀ ਦੇ ਵਿੱਚ ਵੀ ਨੀਡ ਟੂ ਟੇਕ ਸਮ ਐਕਸੈਪਸ਼ਨਸ ਫਰੋਮ ਦ ਲੈਂਡਰ, ਬਟ ਇਟ ਵਿਲ ਗੋ ਥਰੂ ਜੀ। ਕਲਾਇੰਟ ਨੇ ਟਰਸਟ ਨਹੀਂ ਕੀਤਾ, ਕਲਾਇੰਟ ਕਹਿੰਦਾ ਨਹੀਂ ਜੀ ਏ 'ਚ ਹੋ ਜਾਣੀ ਹੈ, ਮੇਰਾ ਰੀਅਲਟਰ ਕਹਿੰਦਾ ਮੈਂ ਏ 'ਚ ਕਰਾ ਦੇਣੀ ਆ। ਚਲੋ ਜੀ, 2 ਦਿਨ ਪਹਿਲਾਂ ਭਾਜੀ ਜਵਾਬ ਆ ਗਿਆ ਵੀ ਏ 'ਚ ਹੋਣੀ ਨਹੀਂ, ਦੇਰ ਇਜ਼ ਸਮ ਕਾਈਂਡ ਆਫ ਅ ਗਲਿਚ ਆ ਗਿਆ ਅਤੇ ਹੋਣੀ ਨਹੀਂ ਹੈਗੀ। ਉਹਨਾਂ ਨੇ ਰਾਈਟ ਵੇ 'ਚ ਆ ਕੇ ਉਹਨਾਂ ਨੂੰ ਪ੍ਰਾਈਵੇਟ 'ਚ ਪਾਤਾ। ਸੋ ਰੀਅਲਟਰ ਦਾ ਹੀ ਮੌਰਗੇਜ ਪਰਸਨ ਦਾ ਹੀ ਅੱਗੇ ਜੀ ਲਾਇਰ, ਸੋ ਦੇ ਹੈਵ ਅ ਟੀਮ, ਰਾਈਟ। ਸੋ ਜਦੋਂ ਉਹਨਾਂ ਨੂੰ ਪਾ ਦਿੱਤਾ, ਲੈਸਨ ਲਰਨ ਨਹੀਂ ਕੀਤਾ ਉਹਨਾਂ ਨੇ ਅਤੇ ਜੀ ਉਹਨਾਂ ਨੂੰ ਪਾਤਾ ਭਾਜੀ। ਚਲੋ ਜੀ, ਕਲੋਜ਼ਿੰਗ ਸਿਰਫ 2 ਦਿਨਾਂ 'ਚ ਕਰਨੀ ਸੀ, ਕਿਉਂਕਿ ਇਟਸ ਅ ਬਿਲਡਰ ਪ੍ਰੋਜੈਕਟ। ਬਿਲਡਰ ਕਹਿੰਦਾ ਸੀ ਮੈਂ ਐਕਸਟੈਂਸ਼ਨ ਨਹੀਂ ਦੇਣੀ ਹੈ, ਇਟਸ ਗੋਨਾ ਬੀ 50-60,000 ਸਮਥਿੰਗ, ਕਿਉਂਕਿ ਐਕਸਟੈਂਸ਼ਨ ਲੈਣ ਲਈ 2-3 ਵੀਕ ਚਾਹੀਦੇ ਸੀਗੇ। ਚਲੋ ਜੀ, ਕਲੋਜ਼ ਹੋ ਗਈ, ਅਪਰੇਜ਼ਲ ਆ ਗਈ ਭਾਜੀ। ਅਪਰੇਜ਼ਲ ਓਬਵੀਅਸਲੀ ਆਰਡਰ ਕੀਤੀ, ਅਪਰੇਜ਼ਲ ਨੂੰ ਅੱਜ ਕੱਲ੍ਹ ਵੀਕ ਲੱਗ ਜਾਂਦਾ ਆ। ਅਤੇ ਉਹਨੇ ਲਾਇਰ ਨੇ ਅੰਡਰਟੇਕਿੰਗ ਲੈ ਲਈ ਵੀ ਇੰਨੀ ਅਪਰੇਜ਼ਲ ਆਊਗੀ, ਤੁਸੀਂ ਕਲੋਜ਼ਿੰਗ ਕਰ ਦਿਓ। ਕਲੋਜ਼ਿੰਗ ਹੋ ਗਈ ਭਾਜੀ। ਕਲੋਜ਼ਿੰਗ ਤੋਂ ਬਾਅਦ ਸ਼ਾਰਟਫਾਲ ਆ ਗਿਆ ਅਪਰੇਜ਼ਲ ਦਾ 60,000। ਹੁਣ ਜੀ ਲੈਂਡਰ ਨੇ ਇਹਨੂੰ ਕਲਾਇੰਟ ਨੂੰ ਲਵ ਲੈਟਰ ਪਾਤੀ ਆ ਵੀ 5 ਦਿਨਾਂ ਦੇ ਵਿੱਚ ਇਹ 60,000 ਸਾਨੂੰ ਚਾਹੀਦਾ, ਅਦਰਵਾਈਜ਼ ਵੀ ਵਿਲ ਰੀਕਾਲ ਦ ਹੋਲ ਮੌਰਗੇਜ। ਜਦੋਂ ਕਲਾਇੰਟ ਸਾਡੇ ਕੋਲ ਆਇਆ ਦੁਬਾਰਾ 'ਚ ਵੀ ਆਹ ਚੀਜ਼ ਆ ਗਈ ਭਾਜੀ। ਜਦੋਂ ਮੈਂ ਉਹਦਾ ਦੇਖਿਆ, ਹੀ ਚਾਰਜ ਬਾਏ ਦ ਅਦਰ ਪੀਪਲ 5%। 5% ਉਹਨੂੰ ਲੈਂਡਰ ਫੀ ਚਾਰਜ ਕੀਤੀ ਗਈ ਹੈ, ਐਂਡ ਹੀ ਸੈਡ ਮੈਨੂੰ ਪਤਾ ਹੀ ਨਹੀਂ ਕੀ ਆ। ਅਤੇ ਉਹ ਤੋਂ ਬਾਅਦ ਜੀ ਫਿਰ ਉਹਨੂੰ ਪੁੱਛਿਆ ਗਿਆ ਵੀ ਕਿੰਨੇ ਚਿਰ ਦੀ ਮਿਲੀ ਆ, ਉਹ ਕਹਿੰਦਾ ਸਾਲ ਦੀ ਮਿਲੀ ਆ। ਪੇਪਰਾਂ 'ਚ ਭਾਜੀ 6 ਮਹੀਨੇ ਦੀ ਆ। ਸਰਪ੍ਰਾਈਜ਼। ਅਤੇ ਹੁਣ ਭਾਜੀ ਇਹ ਉਹ ਚੀਜ਼ ਤਾਂ ਹੈ ਨਹੀਂ ਵੀ ਆਪਾਂ ਕਿਸੇ ਤੋਂ ਆਈ ਪੈਸੇ ਲੈ ਲਾਂਗੇ। ਅੱਗੇ ਜਾ ਕੇ ਲੁੜਕਣਗੇ, ਫਸਣਗੇ, ਅਤੇ ਉਦੋਂ ਫਿਰ ਕਈ ਵਾਰ ਸਾਨੂੰ ਮਤਲਬ ਇੱਕ ਤਰਸ ਆਉਂਦਾ ਵੀ ਬੰਦਾ ਫਸ ਗਿਆ ਭਾਜੀ। ਜਦੋਂ ਸਾਡੇ ਟੇਬਲ 'ਤੇ ਬੈਠਾ ਅਜੇ ਵੀ ਨਹੀਂ ਲੋਕ ਹਟ ਰਹੇ ਜੀ,
ਉਹਨਾਂ ਨਾਲ ਤਾਂ ਫਿਰ ਕੁਦਰਤ ਵੀ ਜੇ ਭਾਜੀ ਟੇਬਲ ਤੇ ਇਸ ਟਾਈਮ ਉਹ ਬੰਦਾ ਐਵੇਂ ਬੈਠਾ ਸੀ ਬਿਕੋਜ਼ ਹੀ ਜਸਟ ਮੇਕਿੰਗ 5000 ਐਜ਼ ਅ ਡਰਾਈਵਰ ਕੰਮ ਕਰਦੇ ਆ ਜੀ ਟਰੱਕ ਤੇ 5000 ਬਣਾਉਂਦੇ ਪਏ ਆ ਤੇ ਉਹ ਐਂ ਬੈਠਾ ਸੀਗਾ ਵੀ ਹੀ ਡਜ਼ਨਟ ਨੋ ਵੀ ਹੁਣ ਬਣਨਾ ਕੀ ਆ ਹੋਣਾ ਕੀ ਆ 60000 ਇਟਸ ਅ ਬਿਗ ਅਮਾਊਂਟ ਆਫ ਮਨੀ ਭਾਜੀ ਤੇ ਉਹ ਪੇ ਕਿਵੇਂ ਕਰਨਾ ਆ ਤੇ 6 ਮੰਥ ਦੀ ਸਿਰਫ ਮੌਰਗੇਜ ਆ 6 ਮੰਥ ਬਾਅਦ ਰਿਨਿਊਅਲ ਆ ਜੀ। ਤੁਸੀਂ ਕਹਾਣੀ ਸੁਣਾਈਏ ਤੇ ਕਹਾਣੀ ਜਸਟ ਇੱਕ ਛੋਟੀ ਜਿਹੀ ਜਿਵੇਂ ਕਹਿੰਦੇ ਨਾ ਵੀ ਆਪਾਂ ਇੱਕ ਚੌਲ ਦੇਖਦੇ ਹੁੰਦੇ ਆ ਕੜਾਹੀ ਚੋਂ ਤੇ ਬਹੁਤ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਸਿਚੁਏਸ਼ਨ ਡੈਫੀਨਿਟਲੀ ਜੀ ਔਰ ਅਜੇ ਜਿਨ੍ਹਾਂ ਨੇ ਹੋਰ ਫਸਣਾ ਜਦੋਂ ਹੁਣ ਕਲੋਜ਼ਿੰਗ ਨੇੜੇ ਆ ਰਹੀਆਂ ਨੇ ਅੱਗੇ ਡੈਫੀਨਿਟਲੀ ਜੀ। ਹੁਣ ਉਹ ਇਹ ਭਾਜੀ ਉਹ 2 ਦਿਨਾਂ ਦੀ ਜਿਹੜੀ ਮੈਂ ਐਗਜ਼ਾਮਪਲ ਦੇ ਰਹੀ ਹਾਂ ਵੀ 2 ਦਿਨ ਰਹਿ ਗਏ ਸੀ ਸੋ ਕਲਾਇੰਟ ਨੂੰ ਇਹ ਸੀਗਾ ਵੀ ਬਸ ਕਲੋਜ਼ਿੰਗ ਹੋ ਜਾਵੇ ਜਦ ਕਿ ਭਾਜੀ ਜਦੋਂ ਤੁਹਾਡੀ ਕਲੋਜ਼ਿੰਗ ਹੁੰਦੀ ਹੈ ਤੁਸੀਂ ਬਾਏ ਰੂਲ ਲਾਇਰ ਤੋਂ ਆਪਣੇ ਤੋਂ ਪੇ ਆਊਟ ਮੰਗ ਸਕਦੇ ਆ ਲੈਜਰ ਜਿਹਦੇ 'ਚ ਸਾਰੀ ਸਟੇਟਮੈਂਟ ਹੁੰਦੀ ਹੈ ਕਿੱਥੇ ਪੈਸੇ ਕਿੰਨੇ ਕੱਟੇ ਜਾ ਰਹੇ ਆ ਤਾਂ ਕਿ ਤੁਹਾਨੂੰ ਕੁਐਸਚਨ ਹੋਵੇ ਨਾਟ ਲਾਈਕ ਆਫਟਰ ਕਲੋਜ਼ਿੰਗ ਬਿਫੋਰ ਕਲੋਜ਼ਿੰਗ ਤੁਸੀਂ ਸਭ ਕੁਝ ਸੌਰਟ ਆਊਟ ਕਰ ਸਕੋ। ਹੁਣ ਜੀ ਇੱਕ ਸਟਰੀਟ 'ਤੇ ਘਰ ਵਿਕਿਆ ਆ 1.7 ਦਾ ਲਾਇਆ ਸੀਗਾ ਨਹੀਂ ਵਿਕਿਆ ਉਹਨਾਂ ਨੇ ਜਾ ਕੇ ਮਿਲੀਅਨ ਦਾ ਲਾਤਾ ਮਿਲੀਅਨ ਤੋਂ ਜੀ ਉਹ 1.5 ਦਾ ਵਿਕ ਗਿਆ ਲਾਸਟ ਵੀਕ ਵਿਦ 33 ਆਫਰਸ ਠੀਕ ਹੈ ਜੀ ਉਹ ਵਿਕ ਗਿਆ। ਹੁਣ ਜੇ ਤੁਸੀਂ ਐਜ਼ ਅ ਰਿਆਲਟਰ ਨੂੰ ਕਿਸੇ ਨੂੰ ਜਾਂ ਕਿਸੇ ਨੂੰ ਅਪਰੋਚ ਕਰਦੇ ਹੋ ਅਗਲਾ ਕਹਿੰਦਾ ਨਹੀਂ ਜੀ ਗਲੀ 'ਤੇ ਵਿਕਿਆ ਹੋਇਆ 1.5 ਦਾ ਆਰਾਮ ਨਾਲ ਤੁਹਾਡੀ ਅਪਰੇਜ਼ਲ ਆ ਜਾਣੀ ਹੈ ਟੈਨਸ਼ਨ ਦੀ ਲੋੜ ਨਹੀਂ। ਮੈਂ ਕਲੀਅਰ ਕੱਟ ਕੇ ਦੱਸਣਾ ਚਾਹੁੰਦੀ ਹਾਂ ਰੇਡੀਓ 'ਤੇ ਅਪਰੇਜ਼ਲ ਜੀ ਇਸ ਟਾਈਮ ਕੰਪੈਰੇਬਲ 'ਤੇ ਨਹੀਂ ਆਉਂਦੀ ਅਪਰੇਜ਼ਲ ਮਾਰਕੀਟ ਡਾਊਨਫਾਲ 'ਤੇ ਆਉਂਦੀ ਆ ਕਿਉਂਕਿ ਅਪਰੇਜ਼ਰਸ ਨੂੰ ਲੈਂਡਰ ਵੱਲੋਂ ਸਖਤ ਇੰਸਟਰਕਸ਼ਨਸ ਨੇ ਵੀ ਜਿੰਨੀ ਅਪਰੇਜ਼ਲ ਤੁਸੀਂ ਕੰਜ਼ਰਵੇਟਿਵ ਕਰ ਸਕਦੇ ਹੋ ਤੁਸੀਂ ਓਨੀ ਹੀ ਕਰਨੀ ਆ। ਸੋ ਇਹ ਨਹੀਂ ਹੈਗਾ ਵੀ ਜੇ ਗਲੀ ਦੇ ਵਿੱਚ ਆਪਾਂ ਕਹਿੰਦੇ ਹਾਂ ਜੀ ਹਾਂਜੀ ਘਰ ਇੰਨੇ ਦਾ ਵਿਕਿਆ ਤਾਂ ਪਾ ਦਿਓ ਚੱਕ ਦਿਓ ਆਪਾਂ ਲੈ ਲਾਂਗੇ ਅਪਰੇਜ਼ਲ ਆ ਜਾਣੀ ਹੈ ਨੋ ਇਟਸ ਔਨ ਮਾਰਕੀਟ ਡਾਊਨਫਾਲ ਨਾਓ ਕਿਉਂਕਿ 2 ਮੇਜਰ ਹਾਈਕਸ ਅਜੇ ਖੜੇ ਆ ਜੀ ਰਾਈਟ ਐਂਡ ਵੀ ਡੋਂਟ ਨੋ ਕਿ ਉਦੋਂ ਕੀ ਹੋਣਾ ਹੈ। ਸੋ ਇਹ ਹੈਗੀ ਹੈ ਸਿਚੁਏਸ਼ਨ। ਹੁਣ ਇਸ ਸਿਚੁਏਸ਼ਨ 'ਚ ਚਲੋ ਇਸ ਨੂੰ ਤਾਂ ਭਾਵੇਂ ਕਿੰਨੀ ਮਰਜ਼ੀ ਲੰਬੀ ਕਰ ਲਈਏ ਹੁਣ ਅਸੀਂ ਜਿਹੜਾ ਅਸਲੀ ਗੱਲ ਹੈ ਕਿ ਇਸ ਸਿਚੁਏਸ਼ਨ 'ਚ ਜਿਹੜੇ ਭੈਣ ਭਰਾ ਦੋਸਤ ਫਸੇ ਹੋਏ ਨੇ ਉਹਨਾਂ ਲਈ ਕੀ ਐਡਵਾਈਸ ਹੋ ਸਕਦੀ ਹੈ ਕਿ ਕਿਵੇਂ ਇਹਦੇ 'ਚੋਂ ਉਹ ਨਿਕਲ ਸਕਦੇ ਨੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਸਾਡੀ ਜਾਰੀ ਹੈ। ਲਖਵੀਰ ਜੀ ਥੋੜ੍ਹੀ ਜਿਹੀ ਝਲਕ ਤੁਸੀਂ ਦਿਖਾਈ ਹੈ ਮਾਰਕੀਟ ਜੋ ਹਾਲ ਹੈ ਅਤੇ ਮੇਰੇ ਕੋਲ ਮੈਂ ਦੇਖ ਰਿਹਾ ਸੀਗਾ ਇੱਕ ਕੌਮੈਂਟ ਜਸਪ੍ਰੀਤ ਮੰਗਟ ਹੋਰਾਂ ਦਾ ਕਿ ਹੇਅਰ ਲਾਸ ਡਿਊ ਟੂ ਮੌਰਗੇਜ ਸਟਰੈਸ ਹਾਈ ਬਲੱਡ ਪ੍ਰੈਸ਼ਰ ਸਲੀਪ ਡਿਸਆਰਡਰ ਇਹ ਸਾਰੀਆਂ ਪ੍ਰੋਬਲਮਸ ਇਸਨੇ ਪੈਦਾ ਕੀਤੀਆਂ ਹੋਈਆਂ ਮਾਰਕੀਟ 'ਚ ਅਤੇ ਹੁਣ ਆਪਾਂ ਮਤਲਬ ਇਹਦੀ ਝਲਕ ਤਾਂ ਤੁਸੀਂ ਦਿਖਾ ਦਿੱਤੀ ਹੈ ਪਰ ਉਹਦਾ ਹੁਣ ਕੋਈ ਫਾਇਦਾ ਨਹੀਂ। ਹੁਣ ਤਾਂ ਇਹ ਹੈ ਕਿ ਇਹਦੇ 'ਚ ਹੈਲਪ ਕਿਵੇਂ ਹੋ ਸਕਦੀ ਹੈ ਜਿਹੜੇ ਹੁਣ ਇਸ ਸਿਚੁਏਸ਼ਨ 'ਚ ਫਸ ਚੁੱਕੇ ਨੇ ਘੱਟੋ ਘੱਟ ਉਹਨਾਂ ਨੂੰ 2-3 ਸਾਲ ਦਾ ਤਾਂ ਪਲਾਨ ਹੁਣ ਰੱਖਣਾ ਪੈਣਾ ਕਿ 2-3 ਸਾਲ ਇਹ ਕੱਢ ਲੈਣ ਅਤੇ ਉਸ ਤੋਂ ਬਾਅਦ ਸਿਚੁਏਸ਼ਨ ਨੋਰਮਲ ਹੁੰਦੀ ਹੈ ਅਤੇ ਫਿਰ ਹੁਣ ਦੇਖੋ ਭਾਜੀ ਇਹਦੇ ਵਿੱਚ ਨਾ ਜਿਵੇਂ ਹੁਣ ਓਬਵੀਅਸਲੀ ਮੈਂ ਤੁਹਾਨੂੰ ਦੱਸਿਆ ਜਿਹੜਾ ਸਿਨੈਰੀਓ ਇਸ ਟਾਈਮ ਜੀ ਜਿਹੜੇ ਕਲਾਇੰਟਸ ਨੇ ਉਹਨਾਂ ਦਾ ਸਿਨੈਰੀਓ ਕਿੱਧਰ ਜਾ ਰਿਹਾ ਜੀ ਦੇ ਆਰ ਚੇਜ਼ਿੰਗ ਦ ਰੇਟ। ਇਸ ਟਾਈਮ ਜੀ ਮਾਰਕੀਟ ਰੇਟ ਚੇਜ਼ ਕਰਨ ਦੀ ਨਹੀਂ ਹੈਗੀ ਇਸ ਟਾਈਮ ਮਾਰਕੀਟ ਇਹ ਆ ਸੋਲੂਸ਼ਨ ਤੁਹਾਡਾ ਸੋਲੂਸ਼ਨ ਕਿੱਥੇ ਹੁੰਦਾ ਆ ਅਤੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਲਾਇੰਟ ਆਉਂਦੇ ਆ ਏ ਲੈਂਡਰ ਦੇ ਆਉਂਦੇ ਆ ਜੀ ਏ ਔਰ ਬੀ ਲੈਂਡਰ ਦੇ ਇੰਟਰਸਟ ਰੇਟ 'ਚ ਭਾਜੀ ਫਰਕ ਹੀ ਨਹੀਂ ਹੈਗਾ। ਏ ਲੈਂਡਰ ਤੁਹਾਨੂੰ ਦੇ ਰਿਹਾ 584 ਮੇਬੀ ਚਲੋ 590 ਦੇ ਦੂ 6 ਵੀ ਦੇ ਦੂਗਾ ਜਿਹੜਾ ਏ ਲੈਂਡਰ ਹੈ ਜੀ ਉਹ ਤਾਂ ਸਟਾਰਟਿੰਗ ਹੈ 550 ਤੋਂ ਦੇ ਰਿਹਾ ਤੁਹਾਨੂੰ 550 ਦਾ ਸਟਾਰਟਿੰਗ ਦੇ ਰਿਹਾ ਹਜੇ ਤਾਂ ਫਾਈਲ ਦੇ 'ਚ ਇਹ ਨਹੀਂ ਪਤਾ ਕੀ ਆ ਤਾਂ ਉਹਦੇ ਨਾਲ ਰੇਟ ਓਬਵੀਅਸਲੀ ਅੱਪ ਜਾਣਾ। ਸੋ ਰੇਟ ਦਾ ਤਾਂ ਕੁਐਸਚਨ ਹੀ ਮੁੱਕ ਗਿਆ ਇੱਥੇ। ਹੁਣ ਆਉਂਦਾ ਜੀ ਸੋਲੂਸ਼ਨ ਬੇਸ 'ਤੇ ਕਿੱਥੇ ਆਉਂਦਾ ਜੀ ਹੁਣ ਇੱਕ ਤੁਸੀਂ ਇੱਕਦਮ ਇੱਕ ਐਟ ਪੁਆਇੰਟ 'ਤੇ ਤੁਸੀਂ ਅੜੇ ਹੋਏ ਆ ਰਾਈਟ ਅਤੇ ਹੁਣ ਉਹਦੇ 'ਚ 2 ਚੀਜ਼ਾਂ ਨੇ ਐਕਸਟੈਂਸ਼ਨ ਹੁਣ ਡਿਪੈਂਡ ਕਰਦਾ ਜੀ ਐਕਸਟੈਂਸ਼ਨ ਤੁਹਾਨੂੰ ਮਿਲਦੀ ਆ ਕਿ ਨਹੀਂ ਮਿਲਦੀ ਆ ਫਿਰ ਆ ਜਾਂਦਾ ਜੀ ਐਕਸਟੈਂਸ਼ਨ ਜੇ ਮਿਲਦੀ ਆ ਤਾਂ ਕਿੰਨੇ ਪੈਸੇ ਲੱਗਦੇ ਆ ਅਤੇ ਫਿਰ ਉਹਨੂੰ ਭਾਜੀ ਸਟਰਕਚਰ ਕਰਕੇ ਦੇਖਿਆ ਜਾਂਦਾ ਵੀ ਐਕਸਟੈਂਸ਼ਨ ਲੈਣ 'ਚ ਫਾਇਦਾ ਆ ਤਾਂ ਕਿ ਕਲਾਇੰਟ ਨੂੰ ਐਕਸਟੈਂਸ਼ਨ ਦੇ ਕੇ ਇੱਕ ਅੱਛੇ ਲੈਂਡਰ ਦੇ ਕੋਲ ਲਿਆ ਜਾਵੇ ਜਾਂ ਫਿਰ ਕਲਾਇੰਟ ਨੂੰ ਉਹ ਐਕਸਟੈਂਸ਼ਨ ਦੇ ਪੈਸੇ ਬਚਾ ਕੇ ਉਹਨੂੰ ਐਜ਼ ਪ੍ਰੈਜ਼ੈਂਟ ਸੋਲੂਸ਼ਨ ਦੇ ਦਿੱਤਾ ਜਾਵੇ ਅਤੇ ਪਰ ਭਾਜੀ ਉਹੀ ਆ ਜਾਂਦਾ ਕਿ ਇਸ ਟਾਈਮ ਇੱਥੇ ਸੋਲੂਸ਼ਨ ਜਿਹੜਾ ਹੈਗਾ ਉਹ ਵੀ ਭਾਜੀ ਸਟਰਕਚਰ ਕਰਕੇ ਦਿੱਤਾ ਜਾਂਦਾ ਆ। ਇਹ ਨਹੀਂ ਹੈਗਾ ਵੀ ਅੱਜ ਮੈਂ ਕਿਉਂਕਿ ਗੱਲ ਮੈਂ ਤੁਹਾਨੂੰ ਇੱਕ ਸਿੰਪਲ ਲੈਂਗੁਏਜ 'ਚ ਕਹਾਂ ਜੀ ਪ੍ਰਾਈਵੇਟ ਲੈਂਡਿੰਗ ਦਵਾ ਦਿਓ ਹੋ ਜਾਣੀ ਆ ਪਰ ਭਾਜੀ ਉਹ 'ਚੋਂ ਨਿਕਲਣਾ ਕਿਵੇਂ ਜਾਂ ਤੁਹਾਡੇ ਕੋਲ ਪਲਾਨ ਹੋਵੇ ਨਾ ਨਿਕਲਣਾ ਕਿਵੇਂ ਇਟਸ ਕਾਲ ਐਗਜ਼ੈਕਟ ਪਲਾਨ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਵੀ ਜੇ ਤੁਸੀਂ ਕਲਾਇੰਟ ਨੂੰ ਲੈ ਕੇ ਦੇ ਰਹੇ ਹੋ 6 ਮਹੀਨੇ ਲਈ ਜਾਂ 3 ਮਹੀਨੇ ਲਈ ਕਲਾਇੰਟ ਨੂੰ ਗਾਈਡ ਕਰਨਾ ਪੈਂਦਾ ਵੀ ਅੱਜ ਤੋਂ ਬਾਅਦ ਇਹ ਸਿਰਫ ਤੇਰਾ ਸੋਲੂਸ਼ਨ ਆ ਜੋ ਕਿ ਹੋ ਗਿਆ। ਸੋ ਰਾਈਟ ਨਾਓ ਜਿਹੜੀ ਤੇਰੀ ਸਿਚੁਏਸ਼ਨ ਸੀ ਉਹ ਸੌਰਟ ਆਊਟ ਹੋ ਚੁੱਕੀ ਆ ਬਟ ਵੀ ਨੀਡ ਟੂ ਮੇਕ ਅ ਪਲਾਨ ਤਾਂ ਕਿ ਅੱਜ ਤੋਂ 6 ਮਹੀਨੇ ਜਾਂ ਸਾਲ ਬਾਅਦ ਇਹਦੇ 'ਚੋਂ ਨਿਕਲਣਾ ਕਿਵੇਂ ਆ। ਸੋ ਦੈਟ ਕਾਈਂਡ ਆਫ ਇਟਸ ਕਾਲ ਸਟਰਕਚਰ ਦਾ ਮੌਰਗੇਜ। ਦੇਖੋ ਇੱਕ ਨਾ ਪੋਲੀਟਿਕਸ ਦੇ ਵਿੱਚ ਵਰਡ ਯੂਜ਼ ਕੀਤਾ ਜਾਂਦਾ ਕਿ 2 ਸਟੈਪ ਫਾਰਵਰਡ 1 ਸਟੈਪ ਬੈਕਵਰਡ। ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਉਹ ਇੱਦਾਂ ਦੀ ਹੈ ਕਿ ਕਿਉਂਕਿ ਹਾਲੇ ਮਾਰਕੀਟ ਨੇ ਇਸੇ ਤਰ੍ਹਾਂ ਰਹਿਣਾ ਘੱਟੋ ਘੱਟ 2 ਸਾਲ ਤੇ ਇਸੇ ਤਰ੍ਹਾਂ ਰਹਿਣਾ ਡਰੋਫਾਲ ਸ਼ਾਇਦ ਹੋਰ ਹੋਵੇ ਕਿ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਸ ਕ੍ਰਾਈਸਿਸ 'ਚੋਂ ਜਿਵੇਂ ਕਹਿੰਦੇ ਹਨੇਰੀ ਆਈ ਹੋਵੇ ਤੇ ਸਿਰ ਨੀਵੇਂ ਕਰ ਲੈਣੇ ਚਾਹੀਦੇ ਨੇ ਅਤੇ ਉਹ ਵੀ ਟਾਈਮ ਕੱਢਣ ਵਾਲੀ ਗੱਲ ਹੈ।
ਪਤਾ ਕੀ ਭਾਜੀ ਲਾਈਕ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਹਾਂ, ਦੇਖੋ ਇਹ ਨਹੀਂ ਹੈਗਾ ਕਿ ਆਪਾਂ ਪ੍ਰੋਫੈਸ਼ਨਲ ਕੰਮ ਕਰਦੇ ਹਾਂ, ਯੈਸ ਵੀ ਡੂ, ਪਰ ਭਾਜੀ ਸਾਡੀ ਵੀ ਫੈਮਿਲੀ ਆ, ਮੇਰੇ ਵੀ ਭੈਣ ਭਰਾ ਨੇ ਰਾਈਟ, ਅਤੇ ਮੇਰੇ ਵੀ ਮਾਂ ਪਿਓ ਨੇ। ਉਹ 'ਚ ਜਦੋਂ ਕੋਈ ਕਲਾਇੰਟ ਤੁਹਾਡੇ ਕੋਲ ਆਉਂਦਾ ਭਾਜੀ, ਆਪਾਂ ਇਕੱਲਾ ਉਹਨੂੰ ਇਹ ਨਹੀਂ ਵੀ ਹਾਂ ਆਇਆ ਅਤੇ ਜੀ ਕਮਿਸ਼ਨ ਦਾ ਦੇਖਿਆ ਅਤੇ ਡਨ। ਆਪਾਂ ਜਦੋਂ ਆਉਂਦੇ ਹਾਂ ਭਾਜੀ, ਉਹ ਐਜ਼ ਅ ਫੈਮਿਲੀ ਦੇਖਦੇ ਹਾਂ ਵੀ ਇਹ ਬੰਦੇ ਨੇ ਪੈਸੇ ਕਿੱਥੋਂ ਕੱਢਣੇ ਆ, ਇੰਨੇ ਇਹ ਬੰਦੇ ਨੇ ਕੱਲ੍ਹ ਨੂੰ ਇਹਦੇ ਵਿੱਚੋਂ ਨਿਕਲਣਾ ਕਿਵੇਂ ਆ, ਠੀਕ ਹੈ ਜੀ। ਸੋ ਉਹ ਸੋਲਿਊਸ਼ਨ ਹੋਣਾ ਭਾਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਨ ਦੀਸ ਮਾਰਕੀਟ, ਕਿਉਂਕਿ ਪੈਸਾ ਕਹਿੰਦੇ ਨਾ ਕਿ ਇਮੋਸ਼ਨਲੀ ਤਾਂ ਤੁਸੀਂ ਜਦੋਂ ਇੱਦਾਂ ਦਾ ਕੋਈ ਕ੍ਰਾਈਸਿਸ ਆਉਂਦਾ, ਇੱਕ ਤਾਂ ਬੰਦਾ ਫਾਈਨੈਂਸ਼ੀਅਲੀ ਟੁੱਟਦਾ, ਫਾਈਨੈਂਸ਼ੀਅਲ ਦੇ ਨਾਲ ਨਾਲ ਜੀ ਇਮੋਸ਼ਨਲੀ ਵੀ ਟੁੱਟਦਾ ਬੰਦਾ, ਕਿਉਂਕਿ ਇੱਕ ਵਾਰੀ ਤੁਸੀਂ ਇੱਥੇ ਫਾਈਨੈਂਸ਼ੀਅਲੀ ਕੋਈ ਸਕਰੂ ਅਪ ਹੋ ਗਿਆ, ਉਹ ਛੇਤੀ ਖੜਾ ਨਹੀਂ ਹੋ ਸਕਦਾ, ਸਪੈਸ਼ਲੀ ਆਹ ਮਾਰਕੀਟ 'ਚ। ਹੁਣ ਆਪਣੇ ਕੋਲ ਮੈਂ ਲਾਸਟ ਟਾਈਮ ਵੀ ਕਿੰਨੀ ਵਾਰੀ ਆਈ ਹਾਂ ਇੱਥੇ, ਮੈਂ ਇੱਕੋ ਗੱਲ ਕਹਿੰਦੀ ਹਾਂ, ਆਪਣੇ ਕੋਲ ਸਟਰੋਂਗ ਗਰਾਊਂਡ ਕੀ ਹੁੰਦਾ, ਇੱਕ ਰੀਅਲ ਸਟੇਟ ਆਪਣੀ, ਉਹਦੇ ਬੇਸ 'ਤੇ ਤੁਸੀਂ ਪੈਸੇ ਲੈ ਸਕਦੇ ਆ। ਹੁਣ ਲਾਸਟ ਟਾਈਮ ਮੈਂ ਡਿਸਕਸ ਕੀਤਾ ਸੀ ਕੋਲੈਟਰਲ ਚਾਰਜ, ਉਹਦੇ ਕਰਕੇ ਜੀ ਮੈਂ ਤੁਹਾਨੂੰ ਦੱਸਦੀ ਹਾਂ, ਜੇ 10 ਬੰਦਾ ਖੜਾ ਨਾ 9 ਬੰਦੇ ਉਹਦੇ ਨਾਲ ਅਫੈਕਟਡ ਨੇ ਇਸ ਟਾਈਮ। ਅਤੇ ਜੀ ਪ੍ਰਾਈਵੇਟ ਲੈਂਡਿੰਗ ਭਾਜੀ ਮਾਰਕੀਟ ਦੇ ਵਿੱਚ ਖੜੀ ਆ, ਪਰ ਇਸ ਟਾਈਮ ਲਿਕੁਇਡ ਕੈਸ਼ ਵੀ ਇੰਨਾ ਅਵੇਲੇਬਲ ਨਹੀਂ ਹੈਗਾ। ਅਗਰ ਤੁਸੀਂ ਇੱਕ ਮੈਥਡ ਸੁਣਿਆ ਹੋਵੇ ਕਿਸੇ ਨੇ ਅਕਾਊਂਟਿੰਗ ਦੇ ਮੈਥ 'ਚ, ਇੱਕ ਮੈਥਡ ਆ, ਇਟਸ ਕਾਲ ਫੀਫੋ ਮੈਥਡ। ਫੀਫੋ ਮੈਥਡ ਕੀ ਆ, ਫਸਟ ਇਨ ਫਸਟ ਆਊਟ। ਇਸ ਟਾਈਮ ਲੈਂਡਰ ਜਿਹੜੇ ਪ੍ਰਾਈਵੇਟ ਨੂੰ ਪਤਾ ਕਿਵੇਂ ਖੜੇ ਨੇ, ਉਹ ਇਹ ਖੜੇ ਨੇ, ਜਿਹੜਾ ਆ ਗਿਆ ਕੈਸ਼ ਲੈ ਗਿਆ, ਸਾਡੇ ਕੋਲ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਜਿਹਨੇ ਇੱਕ ਵਾਰੀ ਵੀ ਕਹਿਤਾ ਲਖਵੀਰ ਮੈਂ ਕੱਲ੍ਹ ਸੋਚ ਕੇ ਦੱਸੂਗਾ, ਹੀ ਇਜ਼ ਡਨ। ਇਸ ਟਾਈਮ ਲੈਂਡਰ ਜੀ ਉਹ ਸਿਚੁਏਸ਼ਨ 'ਤੇ ਖੜਾ ਆ। ਅਤੇ ਇਹਦੇ 'ਚ ਫਿਰ ਕੀ ਕਰਨਾ ਚਾਹੀਦਾ ਜਿਹੜੇ ਹੁਣ ਮਤਲਬ ਫਸੇ ਹੋਏ ਨੇ, ਔਰ ਜਿਹੜੀ ਵੀ ਡੀਲ ਤੁਹਾਡੇ ਸਾਹਮਣੇ ਉਹ ਘਾਟੇ ਦਾ ਸੌਦਾ ਇਸ ਵੇਲੇ ਤੁਹਾਨੂੰ ਮੁਸ਼ਕਿਲ ਲੱਗਦਾ, ਕਿਉਂਕਿ ਇਸ ਵੇਲੇ ਫਿਰ ਬੰਦੇ ਨੇ, ਆਮ ਬੰਦੇ ਲਈ ਫੈਸਲਾ ਲੈਣਾ ਬੜਾ ਔਖਾ ਹੋ ਜਾਂਦਾ ਕਿ ਇੱਧਰ ਵੀ ਮੈਨੂੰ ਘਾਟਾ, ਇੱਧਰ ਵੀ ਮੈਨੂੰ ਘਾਟਾ। ਦੇਖੋ ਜੀ ਉਸ ਵੇਲੇ ਉਹਨੂੰ ਜਦੋਂ ਦੋਵੇਂ ਆਪਸ਼ਨ ਘਾਟੇ ਵਾਲੀਆਂ ਹੋਣ ਅਤੇ ਫਿਰ ਕਿਹੜੀ ਆਪਸ਼ਨ ਉਹਦੇ ਲਈ ਬੈਟਰ ਹੋ ਸਕਦੀ ਹੈ, ਇਹ ਇੱਕ ਇਹੋ ਜਿਹੀ ਸਿਚੁਏਸ਼ਨ ਹੈ। ਭਾਜੀ ਇਸ ਟਾਈਮ ਆ ਜਾਂਦਾ ਸਾਰਿਆਂ ਨੂੰ ਵੱਡੀ ਚੀਜ਼ ਵੀ, ਇੱਕ ਤੁਹਾਨੂੰ ਐਕਸਪੀਰੀਅੰਸ ਮੌਰਗੇਜ ਪਰਸਨ ਦੇ ਨਾਲ ਬੈਠਣਾ ਪੈਣਾ, ਜਿਹੜਾ ਤੁਹਾਡੀ ਸਟਰਕਚਰ ਕਰੇ ਫਾਈਲ। ਅਤੇ ਜੇ ਤੁਹਾਨੂੰ ਕੋਈ ਅੱਜ ਕਹਿ ਰਿਹਾ ਵੀ ਠੀਕ ਆ ਜੀ, ਹੁਣ ਇੱਕ ਬੰਦਾ ਉਹਨੂੰ ਲਾਈਕ ਭਾਜੀ ਮੈਂ ਇੰਨਾ ਸਮਝਦੀ ਹਾਂ ਵੀ ਕਲਾਇੰਟ ਇਸ ਟਾਈਮ ਇੰਨਾ ਮੈਚਿਓਰ ਹੈਗਾ, ਉਹਨੂੰ ਪਤਾ ਵੀ ਉਹਦੀ ਫਾਈਲ ਕਿੱਥੋਂ ਨਿਕਲ ਸਕਦੀ ਆ ਅਤੇ ਕੀ ਉਹਦੀ ਫਾਈਲ 'ਚ ਡਾਊਨਫਾਲ ਆ, ਇੰਨਾ ਸਭ ਨੂੰ ਪਤਾ ਆ ਜੀ। ਅਤੇ ਜੇ ਹੁਣ ਤੁਸੀਂ ਇੱਕ ਆਉਂਦੇ ਹੋ, ਤੁਸੀਂ ਐਜ਼ ਅ ਮਸ਼ੀਨ ਆਪਰੇਟਰ ਕੰਮ ਕਰਦੇ ਹੋ, ਦੋਨੋਂ ਤੁਸੀਂ ਮਾਲਕ ਤੀਵੀਂ ਮਿਲਾ ਕੇ 60,000 ਕਮਾਉਂਦੇ ਹੋ, ਚਲੋ ਲੱਖ ਕਮਾਉਂਦੇ ਹੋ, ਤੁਸੀਂ ਮਿਲੀਅਨ ਦੀ ਮੌਰਗੇਜ ਲਈ ਭਾਜੀ ਆਪ ਸੋਚੋ ਕਿਵੇਂ ਅਫੋਰਡੇਬਿਲਿਟੀ 'ਚ ਬੈਠੇ ਹੋ। ਜਿਹੜੇ ਇਸ ਟਾਈਮ ਕੋਈ ਵੀ ਲੈਂਡਰ ਲਾ ਲਈਏ, ਜਿਹੜੇ ਅੰਡਰਰਾਈਟਿੰਗ ਸਿਚੁਏਸ਼ਨ 'ਤੇ ਬੈਠੇ ਆ ਨਾ ਇਸ ਟਾਈਮ, ਅੰਡਰਰਾਈਟਿੰਗ ਪੋਜੀਸ਼ਨ 'ਤੇ ਭਾਜੀ, ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਕਿਸ ਬੇਸ 'ਤੇ ਫਾਈਲ ਆ ਰਹੀ ਆ, ਦੇ ਨਿਊ ਇਟ। ਪਰ ਭਾਜੀ ਗੱਲ ਉਹੀ ਆ ਜਾਂਦੀ ਹੈ ਕਿ ਜਦੋਂ ਐਟ ਪ੍ਰੈਜ਼ੈਂਟ ਆਫ ਕਲੋਜ਼ਿੰਗ ਉੱਥੇ ਫਾਈਲ ਫਸ ਜਾਂਦੀ ਆ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਰੇਟ ਨੂੰ ਚੇਜ਼ ਨਾ ਕਰੋ ਪਲੀਜ਼, ਜਾਂ ਇਹ ਲੈਂਡਰ ਨੂੰ ਚੇਜ਼ ਨਾ ਕਰੋ। ਅੱਜ ਇਸ ਮਾਰਕੀਟ ਦਾ ਸਭ ਨੂੰ ਪਤਾ ਆ ਵੀ ਕੀ ਆ ਇਸ ਟਾਈਮ, ਜਿੱਥੇ ਤੁਹਾਨੂੰ ਸੋਲੂਸ਼ਨ ਮਿਲਦਾ ਆ ਉਹਨੂੰ ਪਲੀਜ਼ ਗ੍ਰੈਬ ਇਟ ਇੰਸਟੈਡ ਆਫ, ਤਾਂ ਕਿ ਤੁਹਾਨੂੰ ਕੱਲ੍ਹ ਨੂੰ ਥਾਊਜ਼ੈਂਡਸ ਦੇ ਵਿੱਚ ਨਾ ਉਹ ਚੀਜ਼ ਪਵੇ। ਕਿਉਂਕਿ ਪੈਨੈਲਟੀਆਂ ਭਾਜੀ, ਜਾਂ ਕਹਿ ਲਓ ਐਕਸਟੈਂਸ਼ਨਾਂ, ਪੈਨੈਲਟੀਆਂ, ਲੈਂਡਰ ਫੀ, ਫਿਰ ਬ੍ਰੋਕਰੇਜ ਦੀਆਂ ਫੀਆਂ, ਫਿਰ ਦੋਨੇ ਪਾਸੇ ਲਾਇਰ ਦੀ ਫੀ, ਉਹ ਤੁਸੀਂ ਦੇਣੀ ਆ। ਬੰਦਾ, ਆਮ ਬੰਦਾ ਬੜਾ ਕਨਫਿਊਜ਼ ਹੋ ਜਾਂਦਾ। ਜਿਵੇਂ ਮੇਰੇ ਕੋਲ ਇੱਕ ਮੈਸੇਜ ਹੈ 6252 ਵਾਲਿਆਂ ਦਾ, ਕਹਿੰਦੇ ਨੇ ਰਿਜ਼ਲਟਰ ਅਜੇ ਵੀ ਇਹੀ ਕਹਿੰਦੇ ਨੇ ਕਿ ਸਾਨੂੰ 33 34 ਆਫਰ ਆ ਰਹੀਆਂ। ਮੈਂ ਐਗਜ਼ਾਮਪਲ ਦੱਸ ਚੁੱਕੀ ਹਾਂ ਜੀ, ਉਹ ਕਿਉਂ ਆਈਆਂ ਨੇ। ਦੇਖੋ ਜੀ ਪਹਿਲਾਂ 1.7 ਦੀ ਪ੍ਰੋਪਰਟੀ ਲਾਈ ਸੀ, ਵਿਕੀ ਨਹੀਂ ਉਹਨਾਂ ਦੀ ਪ੍ਰੋਪਰਟੀ, ਮਿਲੀਅਨ 'ਤੇ ਲਾਤੀ। ਚਲੋ ਮੈਂ ਨਹੀਂ ਕਹਿੰਦੀ ਉਹ ਉਹਨਾਂ ਦਾ ਮਾਰਕੀਟਿੰਗ ਕਰਨ ਦਾ ਤਰੀਕਾ ਹੈ, ਆਮ ਨੋਟ ਸੇਇੰਗ ਦੈਟ ਕਿ ਦੇ ਆਰ ਰੋਂਗ। ਮਿਲੀਅਨ ਦੀ ਲਾਤੀ ਭਾਜੀ, 33 ਆਫਰਸ ਉਹਤੇ ਰਜਿਸਟਰ ਸੀ ਅਤੇ ਉਹ ਪ੍ਰੋਪਰਟੀ 1.5 ਦੀ ਵਿਕ ਗਈ। ਹੁਣ ਦੇਖੋ ਜਿਹਨੇ 1.5 ਦੀ ਲਈ ਆ ਭਾਜੀ, ਜੇ ਤਾਂ ਐਜ਼ ਅ ਫਸਟ ਟਾਈਮ ਬਾਇਰ ਨੇ ਲਈ ਆ, ਉਹਦੀ ਵਾਟ ਲੱਗ ਗਈ, ਠੀਕ ਹੈ ਜੀ। ਅਤੇ ਜੇ ਭਾਜੀ ਉਹ ਐਜ਼ ਅ ਸੈਕਿੰਡ ਟਾਈਮ ਬਾਇਰ ਨੇ ਵੀ ਲਈ ਆ, ਉਹਦੀ ਵੀ ਲੱਗ ਗਈ, ਠੀਕ ਹੈ, ਅਨਲੈਸ ਉਹਦੇ ਕੋਲ ਬਹੁਤ ਸਟਰੋਂਗ ਗਰਾਊਂਡ ਖੜੇ ਆ। ਅਤੇ ਜੇ ਇਨਵੈਸਟਰ ਨੇ ਲਈ ਆ ਭਾਜੀ, ਦੈਨ ਦੇ ਡੋਂਟ ਕੇਅਰ, ਕਿਉਂਕਿ ਇਨਵੈਸਟਰ ਦੇ ਹੈਵ ਅ ਮਨੀ। ਸੋ ਗੱਲ ਉਹੀ ਆ ਜਾਂਦੀ ਹੈ ਜੀ। ਹੁਣ ਦੇਖੋ ਉਹ ਗਲੀ ਦੇ ਵਿੱਚ ਘਰ ਵਿਕ ਗਿਆ ਨੇ ਦਾ, ਹੁਣ ਕੱਲ੍ਹ ਨੂੰ ਉਹ ਗਲੀ 'ਚ ਦੂਸਰਾ ਘਰ ਆਉਂਦਾ ਆ, ਰਿਆਲਟਰ ਨੇ ਇਹੀ ਕਹਿਣਾ ਆ ਜੀ ਨਹੀਂ ਜੀ ਇੰਨੇ ਦੀ ਅਪਰੇਜ਼ਲ ਆ ਜਾਣੀ ਹੈ ਤੁਹਾਡੀ, ਆਰਾਮ ਨਾਲ ਲੈ ਲਓ ਤੁਸੀਂ ਘਰ, ਕਿਉਂਕਿ ਜਿਹੜਾ ਕੰਪੈਰੇਬਲ ਉਹ ਤਾਂ ਰਿਆਲਟਰ ਨੇ ਕੱਢ ਕੇ ਦੇਣਾ ਹੁੰਦਾ ਨਾ ਪਹਿਲਾਂ। ਅਤੇ ਜੀ ਜਦੋਂ ਮੈਂ ਹੁਣ ਇਹੀ ਦੱਸ ਰਹੀ ਵੀ ਅਪਰੇਜ਼ਲ ਨੇ ਕੰਪੈਰੇਬਲ ਨਹੀਂ ਚੱਕਣਾ, ਅਪਰੇਜ਼ਲ ਨੇ ਮਾਰਕੀਟ ਦਾ ਡਾਊਨਫਾਲ ਚੱਕਣਾ ਆ। ਸੋ ਡੋਂਟ ਥਿੰਕ ਕਿ ਹਾਂ ਵੀ ਅਪਰੇਜ਼ਲ ਇੰਨੇ ਦੀ ਆ ਜਾਊ ਕਿਉਂਕਿ ਉਹ ਗਲੀ 'ਚ ਇੰਨੇ ਦਾ ਘਰ ਵਿਕ ਗਿਆ, ਨੋ। ਲਖਵੀਰ ਜੀ, ਜਿਹੜੇ ਹੁਣ ਇੱਕ ਜਿਹੜੀ ਅਗਲੀ ਚਿੰਤਾ ਹੈ ਉਹਨਾਂ ਦੀ ਹੈ ਜਿਨ੍ਹਾਂ ਨੇ ਬੁੱਕ ਕੀਤੇ ਹੋਏ ਨੇ, ਅਗਲੇ ਸਾਲ ਕਲੋਜ਼ਿੰਗ ਦਾ ਸਿਲਸਿਲਾ ਸ਼ੁਰੂ ਹੋ ਜਾਣਾ ਅਤੇ ਉਹ ਸਿਰ 'ਤੇ ਤਲਵਾਰ ਲਟਕੀ ਹੋਈ ਹੈ। ਉਹਦੇ 'ਚ ਅੱਗੇ ਇਕੋਨਮੀ ਦਾ ਵੀ ਪਤਾ ਨਹੀਂ ਕਿਸ ਪਾਸੇ ਨੂੰ ਜਾਣਾ, ਰੇਟ ਵੀ ਜਿਸ ਪਾਸੇ ਚਲੇ ਗਿਆ, ਓਵਰਆਲ ਜਿਹੜੀ ਹਾਊਸਿੰਗ ਮਾਰਕੀਟ ਹੈ ਉਹ ਕਿਸ ਪਾਸੇ ਨੂੰ ਜਾਂਦੀ। ਇਹ ਸਾਰੇ ਜਦੋਂ ਫੈਕਟਰ ਅਸੀਂ ਗਿਣਦੇ ਹਾਂ ਤਾਂ ਇੱਕ ਆਮ ਇਨਸਾਨ ਉਹਨੂੰ ਨਹੀਂ ਸਮਝ ਆ ਸਕਦਾ ਕਿ ਉਹ ਕੀ ਕਰੇ। ਅਤੇ ਉਹਨਾਂ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਕੀ ਕਰ ਸਕਦੇ ਨੇ? ਭਾਜੀ ਉਹਦੇ ਵਿੱਚ ਇਹ ਹੈ ਕਿ ਐਕਸਕਲੂਸਿਵ ਪ੍ਰੋਗਰਾਮਸ ਹੁੰਦੇ ਆ ਇੱਦਾਂ ਦੇ, ਜੋ ਕਿ ਮੈਂ ਨੋਰਮਲ ਪਬਲਿਕ ਨਾਲ ਡਿਸਕਸ ਵੀ ਕਰਨਾ ਚਾਹੁੰਦੀ। ਉਹ 'ਚ ਇਹ ਵੀ ਜਿਨ੍ਹਾਂ ਨੇ ਸਾਲ ਪਹਿਲਾਂ ਜਾਂ ਸਾਲ ਤੋਂ ਪਹਿਲਾਂ ਦੇ ਘਰ ਬੁੱਕ ਕਰਾਏ ਹੋਏ ਨੇ ਅਤੇ ਉਹਨਾਂ ਨੇ 10% ਜਾਂ 5% ਡਾਊਨ ਦੇ ਚੁੱਕੇ ਨੇ, ਅਤੇ ਰੈਸਟ ਉਹਨਾਂ ਨੇ ਡਾਊਨ ਇਕੱਠਾ ਕਰਨਾ ਅਕੋਰਡਿੰਗ ਟੂ ਦੇਅਰ ਰਿਕੁਆਇਰਮੈਂਟ, ਵੀ ਕਿੰਨਾ ਉਹਨਾਂ ਨੂੰ ਡਾਊਨ ਪੇਮੈਂਟ ਚਾਹੀਦਾ ਹੈ ਅਕੋਰਡਿੰਗ ਟੂ ਦੇਅਰ ਫਾਈਨੈਂਸ਼ੀਅਲ ਥਿੰਗ।
ਤੇ ਉਹਦੇ ਵਿੱਚ ਪ੍ਰੋਗਰਾਮ ਹੈਗਾ ਭਾਜੀ, ਅਗਰ ਜਿਹਨੇ ਲਾਈਕ ਕੰਡੀਸ਼ਨ ਉਹ ਚਾਹੀਏ ਵੀ ਐਟਲੀਸਟ ਸਾਲ ਪਹਿਲਾਂ ਬੁੱਕ ਹੋਇਆ ਹੋਣਾ ਚਾਹੀਦਾ ਆ, ਤੇ ਉਹ ਆ ਕੇ ਮੇਰੇ ਨਾਲ ਡਿਸਕਸ ਕਰ ਸਕਦੇ ਕਿਉਂਕਿ ਇਟਸ ਲਿਟਲ ਬਿਟ ਇਨ ਦ ਡਿਟੇਲ। ਤੇ ਉਹਦੇ ਵਿੱਚ ਇਹ ਆ ਕਿ ਸ਼ਾਇਦ ਉਹਨਾਂ ਨੂੰ ਉਹ ਡਾਊਨ ਪੇਮੈਂਟ ਜਿਹੜੀ ਰੈਸਟ ਆ ਉਹ ਨਾ ਦੇਣੀ ਪਵੇ। ਠੀਕ ਹੈ ਜੀ। ਪਰ ਇਹਦੇ ਵਿੱਚ ਮੈਂ ਇੱਕ ਗੱਲ ਬਹੁਤ ਮੇਜਰ ਡਿਸਕਸ ਕਰਨਾ ਚਾਹੁੰਦੀ ਹਾਂ, ਆਈ ਥਿੰਕ ਕਿ ਕਲਾਇੰਟਸ ਨਾਲ ਇਹ ਹੋਇਆ ਵੀ ਹੋਣਾ। ਦੇਖੋ ਜੀ, ਜਿਨ੍ਹਾਂ ਨੇ ਪ੍ਰੀ ਕੰਸਟਰਕਸ਼ਨਾਂ ਪਹਿਲਾਂ ਬੁੱਕ ਕਰਾਈਆਂ ਸੀ ਭਾਜੀ, ਉਹਨਾਂ ਨੂੰ ਪ੍ਰੀ ਅਪਰੂਵਲ ਲੈਟਰ ਮੰਗੀ ਗਈ ਸੀ ਬਿਲਡਰ ਤੋਂ, ਜੋ ਕਿ ਸਭ ਨੇ ਦੇਤੀ ਸੀ। ਠੀਕ ਹੈ ਜੀ। ਹੁਣ ਬਿਲਡਰ ਜੀ ਹਰੇਕ ਦੇ ਕੋਲੋਂ ਦੁਬਾਰਾ 'ਚ ਹੀ ਪ੍ਰੀ ਅਪਰੂਵਲ ਲੈਟਰ ਮੰਗ ਰਿਹਾ ਹੈ, ਅਤੇ ਤੁਸੀਂ ਮੰਨ ਕੇ ਹੈਰਾਨ ਰਹਿ ਜਾਓਗੇ ਭਾਜੀ, ਜਿਹੜੀ ਲੈਟਰ ਆਈ ਆ ਇੱਕ ਮੇਰੇ ਕਲਾਇੰਟ ਨੂੰ, ਕਹਿੰਦੇ ਸਾਨੂੰ ਜੀ ਪ੍ਰੀ ਅਪਰੂਵਲ ਉਹ ਚਾਹੀਦੀ ਆ ਜਿਹਦੇ ਵਿੱਚ ਇੱਕ ਵੀ ਕੰਡੀਸ਼ਨ ਨਾ ਹੋਵੇ। ਅੱਛਾ। ਸਾਨੂੰ ਪ੍ਰੀ ਅਪਰੂਵਲ ਦੇ ਨਾਲ ਤੁਹਾਡੀਆਂ ਬੈਂਕ ਦੀਆਂ ਸਟੇਟਮੈਂਟਾਂ ਵੀ ਚਾਹੀਦੀਆਂ ਨੇ ਵੀ ਕਿੱਥੇ ਤੁਹਾਡੀ ਡਾਊਨ ਪੇਮੈਂਟ ਪਈ ਆ। ਮੇਰੇ ਕੋਲ ਕਲਾਇੰਟ ਆਇਆ ਅਤੇ ਮੈਂ ਕਿਹਾ ਵੀ ਬਾਏ ਰੂਲ ਬਿਲਡਰ ਤਾਂ ਮੰਗ ਹੀ ਨਹੀਂ ਸਕਦਾ, ਬਿਕੋਜ਼ ਇਟਸ ਯੋਰ ਪ੍ਰਾਈਵੇਸੀ ਥਿੰਗ, ਹਿਊਮਨ ਰਾਈਟਸ ਇੰਗੇਜਡ। ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਤੂੰ ਆਪਣਾ APS ਖੋਲ੍ਹ ਅਤੇ APS ਦੇ ਵਿੱਚ ਦੇਖ ਤੇਰੀ ਫਾਈਨੈਂਸਿੰਗ 'ਚ ਕੀ ਲਿਖਿਆ ਹੋਇਆ। ਭਾਜੀ ਉਹਨੇ 2 ਸਾਲ ਪਹਿਲਾਂ ਘਰ ਬੁੱਕ ਕਰਾਇਆ ਸੀ, ਇਹ ਜਦੋਂ ਬਹੁਤ ਹਾਈ 'ਤੇ ਸੀਗੀ ਮਾਰਕੀਟ। ਭਾਜੀ ਜਦੋਂ ਉਹਨੇ ਫਾਈਨੈਂਸਿੰਗ ਦੀ ਆਪਸ਼ਨ ਕੱਢੀ, ਹੀ ਸੈਂਡ ਮੀ ਦਾ ਸਕਰੀਨਸ਼ਾਟ, ਉਹ 'ਤੇ ਸ਼ਰੇਆਮ ਲਿਖਿਆ ਹੋਇਆ ਵੀ ਬਿਲਡਰ ਐਨੀ ਟਾਈਮ ਪ੍ਰੀ ਅਪਰੂਵਲ ਮੰਗ ਸਕਦਾ, ਬਿਲਡਰ ਐਨੀ ਟਾਈਮ ਤੁਹਾਡੀਆਂ ਬੈਂਕ ਸਟੇਟਮੈਂਟਾਂ ਮੰਗ ਸਕਦਾ, ਬਿਲਡਰ ਐਨੀ ਟਾਈਮ ਤੋਂ ਇਹ ਪੁੱਛ ਸਕਦਾ ਵੀ ਇਹ ਤੁਹਾਡਾ ਪ੍ਰਾਇਮਰੀ ਆ, ਰੈਜ਼ੀਡੈਂਸ ਆ, ਇਨਵੈਸਟਮੈਂਟ ਆ, ਕੀ ਆ, ਕਿਉਂਕਿ ਉਹਦੇ ਬੇਸ 'ਤੇ HST ਕਾਊਂਟ ਹੋਣੀ ਆ, ਰਾਈਟ। ਅਤੇ ਜਦੋਂ ਇਹ ਚੀਜ਼ ਆਈ ਤਾਂ ਮੈਂ ਕਲਾਇੰਟ ਨੂੰ ਇਹ ਪੁੱਛਿਆ, ਮੈਂ ਕਿਹਾ ਵੀ ਜਦੋਂ ਤੂੰ ਇਹ ਬੁੱਕ ਕਰਾਇਆ ਸੀ ਉਦੋਂ ਤੇਰੀ ਫਾਈਨੈਂਸਿੰਗ ਕੰਡੀਸ਼ਨ ਤੂੰ ਕਿਉਂ ਨਹੀਂ ਪੜ੍ਹੀ ਹੈਗੀ? ਉਦੋਂ ਤਾਂ ਲਾਈਨਾਂ ਲੱਗਦੀਆਂ ਸੀ। ਜਦ ਕਿ ਭਾਜੀ ਉਹਦੇ ਵਿੱਚ ਇੱਕ ਪੂਰੀ ਲਾਈਨ ਲਿਖੀ ਹੋਈ ਆ ਵੀ ਤੁਸੀਂ ਇਹ ਆਪਣੇ ਲੀਗਲ ਬੰਦੇ ਤੋਂ ਪੜ੍ਹਾਉਣਾ ਆ, ਲਾਇਰ ਤੋਂ ਪੜ੍ਹਾਉਣਾ ਆ, ਤਾਂ ਤੁਸੀਂ ਸਾਈਨ ਕਰਨਾ। ਫਾਈਨੈਂਸਿੰਗ ਦੇਖੀ ਨਹੀਂ ਭਾਜੀ। ਹੁਣ ਮੇਰੇ ਕੋਲ ਆ ਗਿਆ, ਮੈਂ ਕਿਹਾ ਭਾਜੀ ਜੇ ਮੈਂ ਤੁਹਾਨੂੰ ਕਮਿਟਮੈਂਟ ਵੀ ਲੈ ਦੇਵਾਂ ਨਾ, ਅੱਜ ਕਮਿਟਮੈਂਟ ਵੀ ਲੈ ਦੇਵਾਂ, ਥੋੜੀ ਮੈਂ ਫਾਈਲ ਲਾ ਵੀ ਦੇਵਾਂ ਸਿਸਟਮ 'ਚ, ਉਹ ਵੀ ਕਮਿਟਮੈਂਟ ਮੇਰੇ ਕੋਲ ਕੰਡੀਸ਼ਨਲ ਆਉਣੀ ਆ ਵੀ ਇਨਕਮ ਦਿਖਾਓ, ਅਸੀਂ ਆਹ ਦੇਖਣਾ ਉਹ ਦੇਖਣਾ। ਮੈਂ ਕਿਹਾ ਭਾਜੀ ਆਰ ਨੋ ਕਿ ਬਿਲਡਰ ਕੀ ਮੰਗ ਰਿਹਾ। ਚਲੋ ਭਾਜੀ ਕਹਿ ਲਓ ਵੀ ਲੱਕੀਲੀ ਉਹ ਕਲਾਇੰਟ ਬਹੁਤ ਸਟਰੋਂਗ ਸੀਗਾ, 7.5 ਲੱਖ ਦੀ ਉਹਨੂੰ ਬੈਲੈਂਸ ਚਾਹੀਦਾ ਸੀ ਅਤੇ ਉਹਦੇ ਕੋਲੋਂ ਕੈਸ਼ ਪਿਆ ਸੀ। ਅਤੇ ਐਂਡ ਦ ਅਦਰ ਥਿੰਗ ਆਈ ਜਸਟ ਗਾਈਡ ਹਿਮ ਕਿ ਕਿਵੇਂ ਬਿਲਡਰ ਦੇ ਨਾਲ ਗਾਈਡ ਕਰਨਾ, ਅਤੇ ਉਹ ਬੰਦਾ ਉਹ 'ਚੋਂ ਨਿਕਲ ਗਿਆ। ਅਤੇ ਹੁਣ ਜੇ ਭਾਜੀ ਐਜ਼ ਅ ਨੋਰਮਲ ਪਰਸਨ ਹੋਵੇ, ਉਹ ਨਿਕਲ ਨਹੀਂ ਸਕਦਾ। ਤੁਸੀਂ ਕਿੱਥੋਂ ਲਿਆ ਦੋਗੇ ਕਮਿਟਮੈਂਟ ਵਿਦਾਊਟ, ਫੋਰਗੇਟ ਅਬਾਊਟ ਪ੍ਰੀ ਅਪਰੂਵਲ, ਕਮਿਟਮੈਂਟ ਇਜ਼ ਕੰਡੀਸ਼ਨਲ ਐਜ਼ ਵੈਲ ਭਾਜੀ। ਅਤੇ ਬਿਲਡਰ ਕਿਹੜੀ ਚੀਜ਼ ਮੰਗ ਰਿਹਾ, ਫਿਰ ਉਹ ਮਤਲਬ ਕਿ ਉਹ ਇੰਨਾ ਡਰਿਆ ਪਿਆ ਸੀਗਾ। ਮੈਂ ਕਿਹਾ ਭਾਜੀ ਬਿਲਡਰ ਰੱਬ ਤਾਂ ਹੈ ਨਹੀਂ ਗਾ, ਯੂ ਨੀਡ ਟੂ ਬੀ ਗਟਸ ਐਜ਼ ਵੈਲ। ਜਦੋਂ ਆਪਾਂ ਲਾਈਨਾਂ ਲਾ ਕੇ ਖੜ੍ਹਦੇ ਸੀ ਤਾਂ ਉਹਨਾਂ ਨੇ ਮਾਨਾਈਆਂ ਕੀਤੀਆਂ, ਯਾ, ਅਤੇ ਜਿਹੜੇ ਰੀਅਲਟਰ ਭਾਈ ਨੇ ਉਹਨਾਂ ਨੇ ਵੀ ਆਪਣਾ ਰੋਲ ਨਹੀਂ ਕੀਤਾ। ਬਿਲਕੁਲ, ਇਹ ਵੀ ਸੱਚਾਈ ਹੈ, ਭਾਵੇਂ ਉਹਨਾਂ ਨੂੰ ਚੰਗੀ ਨਹੀਂ ਨਾ ਲੱਗੇ ਗੱਲ, ਇਹ ਅੱਗ 'ਚ ਘਿਓ ਪਾਇਆ ਉਹਨਾਂ ਨੇ। ਸਹੀ ਗੱਲ, ਅੱਗ 'ਚ ਘਿਓ ਪਾਇਆ। ਅਤੇ ਉਦੋਂ ਉਹਨਾਂ ਦਿਨਾਂ 'ਚ ਜਦੋਂ ਅਸੀਂ ਕਈ ਪੁਰਾਣੇ ਜਿਹੜੇ ਰੀਅਲ ਸਟੇਟ ਮਾਰਕੀਟ ਦੇ ਪੁਰਾਣੇ ਲੋਕਾਂ ਨਾਲ ਬੁਲਾ ਕੇ ਕਈਆਂ ਨਾਲ ਗੱਲ ਕੀਤੀ ਜੀ, ਉਹ ਕਹਿੰਦੇ ਸੀ ਇੱਦਾਂ ਦਾ ਜਿਹੜਾ ਪਾਗਲਪਨ ਹੈ ਅਸੀਂ ਪਹਿਲਾਂ ਵੀ ਦੇਖਿਆ, ਬੜੀ ਵਾਰ ਹੋ ਚੁੱਕਿਆ, ਇਹਦਾ ਅੰਤ ਬੜਾ ਮਾੜਾ ਹੁੰਦਾ। ਪਰ ਉਦੋਂ ਕੋਈ ਗੱਲ ਸੁਣਦਾ ਨਹੀਂ ਸੀ ਭਾਜੀ। ਲਾਈਕ ਮੈਂ ਇਹੀ ਗੱਲ ਡਿਸਕਸ ਕਰਨਾ ਚਾਹੁੰਦੀ ਹਾਂ, ਰਾਈਟ ਨਾਓ ਰੀਅਲ ਸਟੇਟ ਨੂੰ ਬਿਜ਼ਨਸ ਬਣਾ ਲਿੱਤਾ ਗਿਆ ਆ। ਅਤੇ ਪਰ ਤੁਸੀਂ ਇਹ ਦੇਖੋ ਨਾ, ਬਿਜ਼ਨਸ ਕਰਨ ਦਾ ਫਾਇਦਾ ਤਾਂ ਉਹੀ ਹੈ ਨਾ ਜਿਹੜਾ ਪ੍ਰੋਫਿਟੇਬਲ ਹੋਵੇ, ਜਿਹੜਾ ਲੌਂਗ ਟਰਮ ਚੱਲੇ। ਜਿਵੇਂ ਹੁਣ ਵਾਂਗ ਬ੍ਰੇਕਾਂ ਲੱਗ ਜਾਣ, ਮੁੜ ਕੇ ਦੁਬਾਰਾ ਟਰੱਕਾਂ 'ਤੇ ਜਾਣਾ ਪਏ। ਇਹਨਾਂ ਨੇ ਰੀਅਲ ਸਟੇਟ ਕਰ ਲਿਆ ਅਤੇ ਆਪਣੇ ਵੱਲੋਂ ਉਹ ਆਏ ਸੀਗੇ ਨੈਕਸਟ ਲੈਵਲ 'ਤੇ, ਅਤੇ ਮੁੜ ਕੇ ਦੁਬਾਰਾ ਫਿਰ ਹੁਣ ਉਹ ਜਿਹੜੇ ਆਪਣੇ ਪੁਰਾਣੇ ਕੰਮ ਨੇ ਉਹ ਲੱਭ ਰਿਹਾ। ਹੁਣ ਮੇਰੇ ਕੋਲ ਇੱਕ ਕਲਾਇੰਟ ਆਉਂਦਾ ਆ ਅਤੇ ਉਹ ਕਹਿੰਦਾ ਵੀ ਨਹੀਂ ਜੀ ਇਹ 'ਤੇ ਜਾਣਾ। ਮੈਂ ਇੱਕ ਸ਼ਾਰਟ ਇਗਜ਼ਾਮਪਲ ਦਿੰਦੀ ਹਾਂ ਜਿਹ 'ਚ ਬਹੁਤ ਚੰਗੀ ਤਰ੍ਹਾਂ ਸਭ ਨੂੰ ਸਮਝ ਲੱਗ ਜਾਊਗਾ। ਹੁਣ ਮੇਰੇ ਕੋਲ ਕਲਾਇੰਟ ਆਉਂਦਾ, ਅਗਲਾ ਕਹਿੰਦਾ ਜੀ ਮੈਂ ਤਾਂ ਏ ਲੈਂਡਰ 'ਤੇ ਜਾਣਾ। ਭਾਜੀ ਜਿਵੇਂ ਹੁਣ ਆਪਾਂ ਸੋਨੀ ਸਟੋਰ 'ਚ ਜਾਂਦੇ ਹਾਂ, ਸੋਨੀ ਦਾ ਇਟਸ ਅ ਬ੍ਰੈਂਡ, ਸੋਨੀ ਸਟੋਰ 'ਚ ਜਾਂਦੇ ਹਾਂ, ਸਿਰਫ ਸੋਨੀ ਨਾਲ ਰਿਲੇਟਿਡ ਪ੍ਰੋਡਕਟ ਮਿਲਦੇ ਆ ਭਾਜੀ ਉੱਥੇ, ਠੀਕ ਹੈ ਜੀ। ਪਰ ਜੇ ਤੁਸੀਂ ਬੈਸਟ ਬਾਏ 'ਚ ਜਾਂਦੇ ਹੋ, ਵਾਲਮਾਰਟ 'ਚ ਜਾਂਦੇ ਹੋ, ਯੂ ਹੈਵ ਆਪਸ਼ਨਸ ਆਫ ਦਾ ਪ੍ਰੋਡਕਟ। ਸੋ ਇਹਦੇ ਕਹਿਣ ਦਾ ਮਤਲਬ ਇਹ ਆਉਂਦਾ ਆ, ਜੇ ਤੁਸੀਂ ਏ ਲੈਂਡਰ 'ਤੇ ਜਾਂਦੇ ਹੋ, ਤੁਸੀਂ ਉੱਥੋਂ ਡਿਨਾਈਡ ਹੋ ਗਏ, ਯੂ ਹੈਵ ਨੋ ਆਪਸ਼ਨ। ਪਰ ਜੇ ਤੁਸੀਂ ਇੱਕ ਇਹੋ ਜਿਹੇ ਮੌਰਗੇਜ ਬ੍ਰੋਕਰ ਦੇ ਕੋਲ ਜਾਂ ਇੱਕ ਇਹੋ ਜਿਹੇ ਅੰਬਰੇਲਾ ਦੇ ਅੰਡਰ ਜਾਂਦੇ ਹਾਂ ਜਿਨ੍ਹਾਂ ਦੇ ਕੋਲ ਡਿਫਰੈਂਟ ਪ੍ਰੋਡਕਟ ਆ, ਫੋਰ ਐਗਜ਼ਾਮਪਲ ਹੁਣ ਅਸੀਂ ਉਹ ਲਾ ਲਈਏ, ਸਾਡੇ ਕੋਲ ਬੰਦਾ ਆ ਗਿਆ, ਅਸੀਂ ਏ ਦੇ ਵਿੱਚ ਲਾ ਦਿੱਤਾ, ਠੀਕ ਹੈ ਜੀ। ਸਮ ਹਾਊ ਕੁਛ ਵੀ ਹੋ ਸਕਦਾ ਭਾਜੀ, ਵੀ ਡੋਂਟ ਨੋ, ਕਿਉਂਕਿ ਅੰਡਰ ਰਾਈਟਰ ਐਨੀ ਟਾਈਮ ਕੁਛ ਵੀ ਪੁੱਛ ਸਕਦਾ, ਠੀਕ ਹੈ ਜੀ। ਉਹ ਉੱਥੇ ਖਤਮ ਹੋ ਗਈ। ਜੇ ਉੱਥੇ ਖਤਮ ਹੋ ਗਈ, ਸਾਡੇ ਕੋਲ ਰਾਈਟ ਵੇ ਸੈਕਿੰਡ ਪਲਾਨ ਖੜਾ ਆ ਕਿ ਵੇਅਰ ਵੀ ਨੀਡ ਟੂ ਫਿਟ ਹਿਮ ਔਰ ਹਰ। ਪਰ ਜੇ ਤੁਸੀਂ ਬਾਹਰ ਚਾਹੁੰਦੇ ਹੋ ਭਾਜੀ, ਫਿਰ ਉਹ ਵੀ ਚਲੇ ਜਾਂਦਾ। ਕਹਿੰਦੇ ਨਾ ਹੱਥ ਦੇ ਵਿੱਚ ਆਈਸਕ੍ਰੀਮ ਆਪਾਂ ਰੱਖੀ, ਆਪਾਂ ਰੇਟ ਦੀ ਸ਼ਾਪਿੰਗ ਅਰਾਊਂਡ ਕਰੀ ਜਾ ਰਹੇ ਹਾਂ, ਉਹ ਮੈਲਟ ਹੋ ਗਈ, ਦੈਨ ਯੂ ਹੈਵ ਨਥਿੰਗ ਇਨ ਯੂਰ ਹੈਂਡ। ਅੱਛਾ, ਆਖਰ ਦੇ ਵਿੱਚ ਹੁਣ ਕਈਆਂ ਦੀ ਸਿਚੁਏਸ਼ਨ ਇਹ ਹੁੰਦੀ ਹੈ ਕਿ ਖੜੇ ਪੈਰ ਵਾਲਾ ਕੰਮ ਹੈ। ਹਾਂਜੀ, ਹੁਣੇ ਸਾਨੂੰ ਕੋਈ ਕਲੋਜ਼ਿੰਗ ਕਰਨੀ ਹੈ ਅਤੇ ਸਾਡੇ ਕੋਲ ਬਹੁਤਾ ਟਾਈਮ ਨਹੀਂ ਹੈ। ਉਹਨਾਂ ਦੀ ਸਿਚੁਏਸ਼ਨ ਬਹੁਤ ਭਿਅੰਕਰ ਹੁੰਦੀ ਹੈ ਕਈ ਵਾਰ। ਡੈਫੀਨੇਟਲੀ ਜੀ। ਅਤੇ ਉਹਨਾਂ ਲਈ ਕੋਈ ਐਡਵਾਈਸ? ਉਹਨਾਂ ਲਈ ਐਡਵਾਈਸ ਇਹ ਆ ਭਾਜੀ, ਮੈਂ ਐਗਜ਼ਾਮਪਲ ਇਹ ਦੇਣਾ ਚਾਹੁੰਦੀ ਹਾਂ। ਹੁਣੇ ਰੀਸੈਂਟਲੀ ਜੀ ਆਪਾਂ 100 ਏਕੜ ਦੀ ਪ੍ਰੋਪਰਟੀ ਸ਼ੈਲਬਰਨ ਦੇ ਵਿੱਚ ਕਲੋਜ਼ ਕਰਾਈ ਹੈ ਵਿਦਿਨ 5 ਡੇਜ਼ ਭਾਜੀ।
ਬਟ ਆਮ ਨਾਟ ਸੇਇੰਗ ਕਿ ਮੇਰਾ ਇਕੱਲਾ ਐਫਰਟ ਸੀ, ਵੀ ਵਰਕ ਐਜ਼ ਅ ਟੀਮ, ਵਿੱਚ ਇਹ ਕਲਾਇੰਟ ਨੇ ਵੀ ਟੀਮ ਵਰਕ ਕੀਤਾ ਐਂਡ ਵੀ ਗੈਟ ਇਟ ਕਲੋਜ਼। ਸੋ ਮੈਂ ਇਹੀ ਕਹਿ ਰਹੀ ਹਾਂ ਵੀ ਅਗਰ ਕਿਸੇ ਨੂੰ ਇੱਦਾਂ ਦੀ ਵੀ ਸਿਚੁਏਸ਼ਨ ਹੈਗੀ ਹੈ, ਪਲੀਜ਼ ਡੂ ਸਿਟ ਵਿਦ ਅਸ। ਔਰ ਮੈਂ ਨਹੀਂ ਕਹਿੰਦੀ ਸਾਡੇ ਨਾਲ ਹੀ ਸਿਟ ਕਰੋ, ਇੱਕ ਐਕਸਪੀਰੀਅੰਸ ਪਰਸਨ ਨਾਲ ਸਿਟ ਕਰੋ ਜਿਹੜਾ ਕਿ ਤੁਹਾਡਾ ਸਟਰਕਚਰ ਕਰੇ ਤੁਹਾਡੀ ਫਾਈਲ ਨੂੰ। ਹਾਂਜੀ, ਪਰ ਕਿਉਂਕਿ ਜੇ ਤੁਸੀਂ ਉਹਨੂੰ ਵੇਟ ਕਰੀ ਜਾਓਗੇ ਭਾਜੀ ਐਕਸਟੈਂਸ਼ਨਾਂ ਦੇ ਪੈਸੇ, ਫਿਰ ਓਬਵੀਅਸਲੀ ਜਿਹੜਾ ਅੱਜ 10% 8% ਤੁਹਾਨੂੰ ਮਿਲ ਰਿਹਾ ਆ, ਜਾਂ ਕਹਿ ਲਓ ਜਿੰਨਾ ਵੀ ਮਿਲ ਰਿਹਾ, ਜੇ ਅਕਤੂਬਰ ਤੱਕ ਵੇਟ ਕਰ ਲਈ ਭਾਜੀ ਉਹ ਵੀ ਜੁੜ ਜਾਣਾ ਨਾਲ, ਦਸੰਬਰ ਤੱਕ ਵੇਟ ਕਰ ਲਈ ਉਹ ਵੀ ਨਾਲ ਜੁੜ ਜਾਣਾ। ਸੋ ਇੱਕ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਦੇਅਰ ਇਜ਼ ਨੋ ਸੱਚ ਕਾਈਂਡ ਆਫ ਥਿੰਗ ਇਟਸ ਚਮਤਕਾਰ, ਉਹ ਨਹੀਂ ਹੋਣਾ ਜੀ। ਉਹੀ ਹੋਣਾ ਜੋ ਮਾਰਕੀਟ ਦੇ ਵਿੱਚ ਹੈਗਾ ਆ, ਉਹੀ ਮਿਲਣਾ ਜੋ ਮਾਰਕੀਟ 'ਚ ਹੈਗਾ ਆ। ਸੋ ਪਹਿਲਾਂ ਤਾਂ ਸਾਨੂੰ ਇਹ ਰਿਐਲਿਟੀ ਮੰਨਣੀ ਪਏਗੀ ਕਿ ਮਾਰਕੀਟ ਹੁਣ ਡਾਊਨ ਹੈ। ਯੈਸ, ਤੇ ਹੁਣ ਜੋ ਵੀ ਹੈ ਸਾਨੂੰ ਫੈਸਲੇ ਘਾਟੇ ਦੇ ਸੌਦੇ ਕਰਨੇ ਪੈਣਗੇ, ਨੁਕਸਾਨ ਕਰਨਾ ਪਏਗਾ। ਇਹੀ ਹੈ ਕਿ ਅਸੀਂ ਨੁਕਸਾਨ ਕਿੰਨਾ ਕੁ ਬਰਦਾਸ਼ਤ ਕਰਨਾ, ਤੇ ਦੂਸਰਾ ਉਸ ਨੁਕਸਾਨ ਚੋਂ ਨਿਕਲਣ ਦੀ ਕੀ ਸਟ੍ਰੈਟਜੀ ਹੈ ਅਗਲੇ 2 ਸਾਲ 'ਚ 3 ਸਾਲ 'ਚ। ਹੁਣ ਭਾਵੇਂ ਅਸੀਂ ਉਹ ਘਾਟੇ ਵਾਲੇ ਕੋਈ ਡੀਲ ਕਰ ਰਹੇ ਹਾਂ ਜੀ, ਪਰ ਇਹ ਕਿ ਸਾਡੇ ਕੋਲ ਪਲਾਨ ਹੋਏ ਕਿ ਅਸੀਂ 2-3 ਸਾਲਾਂ ਬਾਅਦ ਇਹਦੇ ਚੋਂ ਕਿਵੇਂ ਨਿਕਲਣਾ। ਐਗਜ਼ਿਟ ਪਾਲਿਸੀਜ਼ ਮਸਟ। ਤੇ ਬਾਕੀ ਭਾਜੀ ਇਹ ਜ਼ਰੂਰ ਆ ਕਲਾਇੰਟ ਨੂੰ ਅੰਡਰਸਟੈਂਡ ਕਰ ਲੈਣਾ ਚਾਹੀਦਾ ਆ ਕਿ ਕਰੋਨਾ ਵਾਇਰਸ ਵਾਲਾ ਇੰਟਰਸਟ ਰੇਟ ਨਹੀਂ ਆਉਣਾ ਮੁੜ ਕੇ। ਹਾਂ, ਅਨਲੈਸ ਵਰਖੀ ਆ ਵੀ ਕਰੋਨਾ ਵਾਇਰਸ ਦਾ ਭਰਾ ਜਾਂ ਭੈਣ ਆ ਜਾਵੇ ਦੁਬਾਰਾ ਜੀ, ਫੇਰ ਸ਼ਾਇਦ ਆ ਜਾਵੇ, ਬਟ ਹਜੇ ਕੋਈ ਨਹੀਂ ਆਉਣਾ ਜੀ। ਅਗਰ ਸੋਚਦੇ ਹਾਂ ਆਪਾਂ ਵੀ 2% 8% ਆ ਜਾਵੇ, ਨੋ ਸੀਗੀਆਂ ਇਸ ਤਰ੍ਹਾਂ ਰੇਟ ਸੁੱਟਣ ਦੀ ਜ਼ਰੂਰਤ ਨਹੀਂ ਸੀ, ਔਰ ਉਹਨੇ ਨੁਕਸਾਨ ਕੀਤਾ ਬਹੁਤ ਜ਼ਿਆਦਾ ਭਾਜੀ। ਇਸ ਟਾਈਮ ਆਈ ਕੈਨ ਨਾਟ ਈਵਨ ਐਕਸਪਲੇਨ ਯੂ ਵੀ ਇਹੋ ਜਿਹੀਆਂ ਸਿਚੁਏਸ਼ਨਸ ਆਉਂਦੀਆਂ ਨੇ ਵੀ ਸੋਚ ਕੇ ਦੁਖੀ ਦਾ ਲਾਈਕ ਕਹਿ ਹੀ ਹੋ ਜਾਂਦਾ ਕਈ ਵਾਰੀ ਵੀ ਕਿਹੜੀ ਤੁਹਾਡੀ ਚੱਕਲੇ ਥੱਲੇ ਬਾਂਹ ਆਈ ਸੀ ਜਿਹੜਾ ਤੁਸੀਂ ਘਰ ਬੁੱਕ ਕੀਤਾ। ਹਾਂਜੀ, ਰਾਈਟ। ਕਿਉਂਕਿ ਇਹ ਭਾਜੀ ਇਹੋ ਜਿਹੀ ਆਪਾਂ ਇਹ ਨਹੀਂ ਕਹਿੰਦੇ, ਅੱਜ ਕੱਲ੍ਹ ਤਾਂ ਇੰਡੀਆ 'ਚ ਵੀ ਨਹੀਂ ਇਹ ਚੱਲਦਾ ਹੈਗਾ, ਉਰੇ ਤਾਂ ਬਹੁਤ ਦੂਰ ਦੀ ਗੱਲ ਆ। ਉਰੇ ਇਹ ਨਹੀਂ ਹੈਗਾ ਵੀ ਆਪਾਂ ਕਹੀਏ ਸ਼ਮੀਲ ਜੀ ਮੈਨੂੰ ਪੈਸੇ ਚਾਹੀਦੇ ਦੇ ਦਿਓ, ਨੋ, ਪੈਸੇ ਉੱਥੇ ਹੀ ਮਿਲਣੇ ਆ ਜਿੱਥੋਂ ਨਿਕਲਣੇ ਆ ਭਾਜੀ। ਅਤੇ ਫਿਰ ਅਸੀਂ ਕਿਵੇਂ ਪੈਸੇ ਕਿਸੇ ਨੂੰ ਕਿਵੇਂ ਦਵਾ ਦੋਗੇ ਤੁਸੀਂ, ਕਿਉਂਕਿ ਉਹੀ ਗੱਲ ਆ ਗਈ ਮੁੜ ਘੁਮਾ ਕੇ ਮਿਲਣਾ ਉਹੀ ਆ ਜੋ ਮਾਰਕੀਟ 'ਚ ਚੱਲ ਰਿਹਾ ਇਸ ਟਾਈਮ। ਅਸਲ ਵਿੱਚ ਸਾਡੀ ਕਮਿਊਨਿਟੀ 'ਚ ਕਈ ਵਾਰ ਜਿਵੇਂ ਕਹਿੰਦੇ ਨੇ ਆਪਾਂ ਕੋਈ ਜੋ ਨਵੀਆਂ ਚੀਜ਼ਾਂ ਦੇਖੀਆਂ, ਇੱਕ ਆਪਣੇ ਮੁਹਾਵਰਾ ਨਹੀਂ ਵਰਤਦੇ ਹੁੰਦੇ ਵੀ ਅੱਖਾਂ ਫੁੱਲ ਗਈਆਂ। ਬਸ ਸਾਡੇ ਕਈ ਲੋਕਾਂ ਦੀ ਨਾ ਦੇਖ ਕੇ ਉਹਨਾਂ ਨੂੰ ਲੱਗਦਾ ਸਾਰਾ ਕੁਝ ਈਜ਼ੀ ਹੈ ਇੱਥੇ, ਵੱਡੇ ਘਰ ਲੈਣਾ ਤੇ ਵੱਡੀਆਂ ਹੁਣ ਜਿਵੇਂ ਭਾਜੀ ਤੁਹਾਡੇ ਅੱਜ ਮਾਰਨਿੰਗ 'ਚ ਆਪਣੇ ਇੱਕ ਆਈ ਸੀ ਕਹਾਵਤ ਆਈ ਸੀਗੀ ਵੀ ਨੋ ਵਨ ਇਜ਼ ਅ ਡਿਸਟਰੋਏ ਦਾ ਪਰਸਨ, ਇਟਸ ਯੂਰ ਮਾਈਂਡ ਸੈਟ। ਸੋ ਤੁਹਾਨੂੰ ਮਾਈਂਡ ਸੈਟ ਕਰਨਾ ਪੈਣਾ ਜੀ, ਕੋਈ ਚਮਤਕਾਰ ਨਹੀਂ ਹੈਗਾ ਇੱਥੇ, ਦੇਅਰ ਇਜ਼ ਨੋ ਸੱਚ ਕਾਈਂਡ ਆਫ ਚਮਤਕਾਰ। ਔਰ ਇੰਨਾ ਮੈਚਿਓਰ ਕਲਾਇੰਟ ਇਸ ਟਾਈਮ ਹੈਗਾ ਕਿ ਉਹਨੂੰ ਪਤਾ ਵੀ ਉਹਦੀ ਫਾਈਲ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਅਤੇ ਮੈਂ ਇਹ ਕਹਿ ਦਿੰਦੀ ਹਾਂ ਵੀ ਜੇ ਤੁਹਾਡੀ ਫਾਈਲ ਤੁਸੀਂ ਕਿਸੇ ਨੂੰ ਦੇ ਵੀ ਦਿੰਦੇ ਹੋ, ਜੇ 3-4 ਵੀਕਸ ਦੇ ਵਿੱਚ ਤੁਹਾਨੂੰ ਕੋਈ ਪੋਜ਼ੀਟਿਵ ਰਿਸਪੌਂਸ ਨਹੀਂ ਆਉਂਦਾ, ਦੈਨ ਪਲੀਜ਼ ਬੀ ਅਵੇਅਰ ਆਫ ਇਟ। ਤੁਸੀਂ ਹੁਣ ਇੱਦਾਂ ਕਰੋ, ਕੱਲ੍ਹ ਤਾਂ ਹੁਣ ਆਪਾਂ ਨੂੰ ਕਿੰਨੀ ਮਰਜ਼ੀ ਲੰਬੀ ਕਰ ਲਈਏ, ਹਾਂਜੀ, ਜ਼ਿਆਦਾ ਸਿਰਦਰਦੀ ਹੁਣ ਤੁਸੀਂ ਆਪ ਲਿਓ, ਤੁਸੀਂ ਆਪਣਾ ਫੋਨ ਨੰਬਰ ਦੇ ਜਾਓ। ਡੈਫੀਨੇਟਲੀ ਜੀ, ਡੈਫੀਨੇਟਲੀ। ਮੈਂ ਨਹੀਂ ਕਹਿੰਦੀ ਮੈਨੂੰ ਕਾਲ ਕਰੋ, ਬਟ ਯੂ ਆਰ ਵੈਲਕਮ ਟੂ ਡੂ ਦੈਟ। ਦੇਅਰ ਇਜ਼ ਨੋ ਸੱਚ ਕਾਈਂਡ ਆਫ ਅ ਚਾਰਜ, ਇਟਸ ਅ ਫ੍ਰੀ ਕੰਸਲਟੇਸ਼ਨ। ਕਿਉਂਕਿ ਇਹ ਵੀ ਮੈਸ 'ਚ ਫੜਨ ਨਾਲੋਂ ਪਹਿਲਾਂ ਆ ਵੀ ਇੱਕ ਸੱਚੀ ਸਿਚੁਏਸ਼ਨ ਦੇ ਵਿੱਚ ਤੁਸੀਂ ਐਡਵਾਈਸ ਲੈ ਲਓ। ਸੋ ਮੇਰਾ ਨੰਬਰ ਹੈਗਾ ਜੀ 6472737006। ਇੱਕ ਵਾਰ ਦੁਬਾਰਾ ਬੋਲ ਦਿਓ। ਓਕੇ ਜੀ, 647 273 7600। ਐਨੀ ਸਿਚੁਏਸ਼ਨ ਆ, ਯੂ ਆਰ ਮੋਰ ਦੈਨ ਵੈਲਕਮ ਟੂ ਡਿਸਕਸ ਵਿਦ ਮੀ। ਓਕੇ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ।